ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਅਤੇ ਸਿੱਖ ਪੰਥ ਦੀ ਸਿਰਮੌਰ ਸ਼ਖਸੀਅਤ ਐਕਸ ਐਮਐਲਏ ਜਥੇਦਾਰ ਹਰਬੰਸ ਸਿੰਘ ਘੁੰਮਣ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਨਰਿੰਜਨ ਕੌਰ, ਉੱਗੇ ਸਾਹਿਤਕਾਰ ਸਰਦਾਰ ਬਿੰਦਰ ਸਿੰਘ ਬਾਠ, ਪਲਵਿੰਦਰ ਕੌਰ, ਹਰਭਜਨ ਕੌਰ, ਜਸਬੀਰ ਸਿੰਘ ਘੁੰਮਣ, ਪ੍ਰੋਫੈਸਰ ਜਗਵਿੰਦਰ ਕੌਰ, ਰਣਧੀਰ ਸਿੰਘ ਘੁੰਮਣ, ਪਰਮਜੀਤ ਕੌਰ, ਸ਼ਰਨਜੀਤ ਸਿੰਘ, ਕਿਰਨਜੀਤ ਸਿੰਘ, ਨਵਜੋਤ ਕੌਰ, ਹਰਪ੍ਰੀਤ ਕੌਰ, ਸਿਮਰਤ ਕੌਰ, ਸਹਿਰਾਜ ਕੌਰ, ਪਹਿਲਜੀਤ ਸਿੰਘ, ਐਡਵੋਕੇਟ ਪ੍ਰਭਸ਼ਰਨ ਸਿੰਘ, ਗੁਲਤਾਰ ਸਿੰਘ, ਸਿਮਰਜੀਤ ਸਿੰਘ, ਨੂਰ ਮਨ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਘੁੰਮਣ ਕਲਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਜਥੇਦਾਰ ਸਰਦਾਰ ਹਰਬੰਸ ਸਿੰਘ ਘੁੰਮਣ ਜੀ ਦਾ ਜਨਮ ਸਿੰਘ ਸਭਾ ਲਹਿਰ ਦੇ ਮੋਢੀ ਭਾਈ ਲਛਮਣ ਸਿੰਘ ਘੁੰਮਣ ਜੀ ਦੇ ਘਰ ਮਾਤਾ ਸਰਦਾਰਨੀ ਬਲਵੰਤ ਕੌਰ ਹੁਣਾਂ ਦੀ ਕੁੱਖੋਂ 2 ਫਰਵਰੀ 1923 ਨੂੰ ਪਿੰਡ ਘੁੰਮਣ ਕਲਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ, ਹੋਣਹਾਰ ਪ੍ਰਤਿਭਾ ਦੇ ਮਾਲਕ ਅਤੇ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਜਥੇਦਾਰ ਹਰਬੰਸ ਸਿੰਘ ਜੀ ਹੁਣਾਂ ਦਾ ਬਚਪਨ ਬਹੁਤ ਹੀ ਸੰਘਰਸ਼ਾਂ ਭਰਿਆ ਰਿਹਾ। ਆਪ ਜੀ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਬਾਬਾ ਆਇਆ ਸਿੰਘ ਤੁਗਲਵਾਲਾ ਖਾਲਸਾ ਹਾਈ ਸਕੂਲ ਤੋਂ ਅਣਵੰਡੇ ਪੰਜਾਬ ਦੇ ਸਮੇਂ ਟੌਪਰ ਰਹਿ ਕੇ ਕੀਤੀ। ਆਪ ਜੀ ਪੜ੍ਹਾਈ ਵਿੱਚ ਇੰਨੇ ਹੁਸ਼ਿਆਰ ਸਨ ਕਿ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ ਤੇ ਅੱਜ ਵੀ ਆਪ ਜੀ ਦਾ ਨਾਮ ਬਾਬਾ ਆਇਆ ਸਿੰਘ ਤੁਗਲਵਾਲਾ ਖਾਲਸਾ ਹਾਈ ਸਕੂਲ ਦੇ ਔਨਰ ਬੋਰਡ ਤੇ ਵਿਦਿਆਮਾਨ ਹੈ। ਸਨ 1943-45 ਵਿੱਚ ਆਪ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਮਿਸ਼ਨਰੀ ਪ੍ਰਚਾਰਕ ਦਾ ਕੋਰਸ ਕੀਤਾ ਅਤੇ ਆਪ ਜੀ ਨੇ ਅਰਬੀ, ਫਾਰਸੀ, ਹਿੰਦੀ, ਪੰਜਾਬੀ ਅਤੇ ਇੰਗਲਿਸ਼ ਭਾਸ਼ਾਵਾਂ ਵਿੱਚ ਪ੍ਰਚਾਰ ਕਰਨ ਦੀ ਮੁਹਾਰਤ ਹਾਸਲ ਕੀਤੀ ਅਤੇ ਆਪ ਜੀ ਨੇ ਇਨ੍ਹਾਂ 5 ਭਾਸ਼ਾਵਾਂ ਵਿੱਚ ਸਿੱਖ ਕੌਮ ਲਈ ਪ੍ਰਚਾਰ ਕੀਤਾ। ਸਨ 1954 ਵਿੱਚ ਜਥੇਦਾਰ ਹਰਬੰਸ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਅਤੇ ਸਨ 1957 ਵਿੱਚ ਆਪ ਜੀ ਨੇ ਹਲਕਾ ਧਾਰੀਵਾਲ ਤੋਂ ਐਮਐਲਏ ਦੀ ਚੋਣ ਲੜੀ ਅਤੇ ਵੱਡੀ ਗਿਣਤੀ ਨਾਲ ਆਪ ਜੀ ਨੇ ਇਹ ਚੋਣ ਜਿੱਤੀ ਅਤੇ ਐਮਐਲਏ ਬਣੇ। ਐਮਐਲਏ ਬਣਨ ਉਪਰੰਤ ਆਪ ਜੀ ਨੇ ਆਪਣੇ ਹਲਕੇ ਦੇ ਵਿਕਾਸ ਲਈ ਅਹਿਮ ਯਤਨ ਅਦਾ ਕੀਤੇ। ਆਪ ਜੀ ਹਮੇਸ਼ਾ ਹੀ ਹਰ ਇੱਕ ਨਾਲ ਕੰਧਾ ਮਿਲਾ ਕੇ ਚੱਲੇ। ਸਨ 1987 ਵਿੱਚ ਆਪ ਜੀ ਪੰਜਾਬ ਲੈਂਡ ਡਿਵੈਲਪਮੈਂਟ ਐਂਡ ਰੈਕਲੇਮੇਸ਼ਨ ਦੇ ਚੇਅਰਮੈਨ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰੈਜ਼ੀਡੈਂਟ ਵਜੋਂ ਆਪ ਨੇ ਸੇਵਾਵਾਂ ਨਿਭਾਈਆਂ। ਆਪ ਜੀ ਦਾ ਸਾਰਾ ਜੀਵਨ ਸੰਘਰਸ਼ਾਂ ਦੇ ਵਿੱਚ ਹੀ ਬੀਤਿਆ। ਆਪ ਜੀ ਦਾ ਵਿਆਹ ਸਨ 1942 ਵਿੱਚ ਉੱਗੇ ਅਕਾਲੀ ਘਰਾਣੇ ਦੇ ਗਿਆਨੀ ਦਲੀਪ ਸਿੰਘ ਜੀ ਹੁਣਾਂ ਦੀ ਸੁਪੁੱਤਰੀ ਅਤੇ ਜਥੇਦਾਰ ਸ਼ਿਵ ਸਿੰਘ ਜੀ ਹੁਣਾਂ ਦੀ ਭੈਣ ਸਰਦਾਰਨੀ ਸਵਰਨ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ ਪੁੱਤਰੀ ਨਰਿੰਜਨ ਕੌਰ ਅਤੇ ਪੁੱਤਰਾਂ ਜਤਿੰਦਰ ਸਿੰਘ, ਨਰਿੰਦਰ ਸਿੰਘ, ਜਸਬੀਰ ਸਿੰਘ ਘੁੰਮਣ ਅਤੇ ਰਣਧੀਰ ਸਿੰਘ ਘੁੰਮਣ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀ ਬੇਟੀ ਨਰਿੰਜਨ ਕੌਰ ਆਪਣੇ ਸਹੁਰੇ ਘਰ ਸਰਦਾਰ ਬਿੰਦਰ ਸਿੰਘ ਬਾਠ ਹੁਣਾਂ ਨਾਲ ਕੈਨੇਡਾ ਵਿਖੇ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਆਪ ਜੀ ਦੇ ਬੇਟੇ ਜਸਬੀਰ ਸਿੰਘ ਘੁੰਮਣ ਅਤੇ ਰਣਧੀਰ ਸਿੰਘ ਘੁੰਮਣ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਸਿੱਖ ਪੰਥ ਨੂੰ ਸਮਰਪਿਤ ਹਨ। ਸਰਦਾਰ ਜਸਬੀਰ ਸਿੰਘ ਘੁੰਮਣ ਅਤੇ ਰਣਧੀਰ ਸਿੰਘ ਘੁੰਮਣ ਜੀ ਨੇ ਆਪਰੇਸ਼ਨ ਬਲੂ ਸਟਾਰ ਵੇਲੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਬਹੁਤ ਸਾਥ ਦਿੱਤਾ ਅਤੇ ਪੂਰੇ ਮੋਰਚੇ ਦੀ ਅਗਵਾਈ ਕੀਤੀ ਅਤੇ ਅਖੀਰ ਵਿੱਚ ਫੜੇ ਜਾਣ ਤੋਂ ਬਾਅਦ ਲੰਮਾ ਸਮਾਂ ਜੋਧਪੁਰ ਵਿਖੇ ਜੇਲ੍ਹ ਕੱਟੀ। ਜਿਸ ਸਮੇਂ ਸਰਦਾਰ ਜਸਬੀਰ ਸਿੰਘ ਘੁੰਮਣ ਅਤੇ ਸਰਦਾਰ ਰਣਧੀਰ ਸਿੰਘ ਘੁੰਮਣ ਜੋਧਪੁਰ ਵਿਖੇ ਕੈਦ ਸਨ ਤਾਂ ਉਹਨਾਂ ਦੇ ਨਾਲ 363 ਸਿੰਘ ਹੋਰ ਕੈਦ ਸਨ ਅਤੇ ਉਸ ਵੇਲੇ ਸਰਦਾਰ ਹਰਬੰਸ ਸਿੰਘ ਘੁੰਮਣ ਹੁਣਾਂ ਨੇ ਇੱਕ ਬੱਬਰ ਸ਼ੇਰ ਦਾ ਰੋਲ ਅਦਾ ਕੀਤਾ। ਜਥੇਦਾਰ ਹਰਬੰਸ ਸਿੰਘ ਘੁੰਮਣ ਹੁਣਾਂ ਨੂੰ ਮੌਕੇ ਦੀਆਂ ਸਰਕਾਰਾਂ ਪਾਸੋਂ ਕਈ ਪੇਸ਼ਕਸ਼ਾਂ ਆਈਆਂ
ਪਰ ਆਪ ਜੀ ਨੇ ਸਾਰੀਆਂ ਪੇਸ਼ਕਸ਼ਾਂ ਠੁਕਰਾ ਕੇ 365 ਸਿੰਘਾਂ ਦੀ ਰਿਹਾਈ ਕਰਵਾਈ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਬੇਟੇ ਸਰਦਾਰ ਜਸਬੀਰ ਸਿੰਘ ਘੁੰਮਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸੈਕਟਰੀ ਹਨ ਅਤੇ ਸਪੋਕਸਪਰਸਨ ਹਨ ਅਤੇ ਨਾਲ ਹੀ ਨਾਲ ਇੱਕ ਉੱਗੇ ਐਡਵੋਕੇਟ ਹਨ ਅਤੇ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਦੇ ਹਨ ਅਤੇ ਆਪ ਜੀ ਦੇ ਛੋਟੇ ਬੇਟੇ ਸਰਦਾਰ ਰਣਧੀਰ ਸਿੰਘ ਘੁੰਮਣ ਇੱਕ ਉੱਗੇ ਕਿਸਾਨ ਹੋਣ ਦੇ ਨਾਲ-ਨਾਲ ਇੱਕ ਉੱਗੇ ਕਿਸਾਨ ਨੇਤਾ ਵੀ ਹਨ ਅਤੇ ਹਮੇਸ਼ਾ ਹੀ ਕਿਸਾਨਾਂ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਹਨ। ਜਥੇਦਾਰ ਹਰਬੰਸ ਸਿੰਘ ਘੁੰਮਣ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਪ ਜੀ ਦੇ ਬੇਟੇ ਜਤਿੰਦਰ ਸਿੰਘ ਅਤੇ ਨਰਿੰਦਰ ਸਿੰਘ ਘੁੰਮਣ ਆਪ ਜੀ ਨੂੰ ਵਿਛੋੜਾ ਦੇ ਗਏ, ਪਰ ਫਿਰ ਵੀ ਆਪ ਜੀ ਨੇ ਹਿੰਮਤ ਨਾ ਹਾਰੀ ਅਤੇ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਇਹ ਸਭ ਕੁਝ ਸਵੀਕਾਰ ਕੀਤਾ। ਇਸ ਤੋਂ ਇਲਾਵਾ ਜਥੇਦਾਰ ਹਰਬੰਸ ਸਿੰਘ ਘੁੰਮਣ ਜੀ ਹੁਣਾਂ ਨੇ ਸਮੇਂ-ਸਮੇਂ ਤੇ ਸਿੱਖ ਪੰਥ ਦੀਆਂ ਸਿਰਮੌਰ ਸ਼ਖਸੀਅਤਾਂ ਦਾ ਸਿੱਖੀ ਦੇ ਸੰਘਰਸ਼ ਵੀ ਸਾਥ ਦਿੱਤਾ ਅਤੇ ਇਸ ਲਈ ਆਪ ਜੀ ਨੂੰ ਬਹੁਤ ਹੀ ਖਮਿਆਜ਼ਾ ਵੀ ਭੁਗਤਣਾ ਪਿਆ, ਪਰ ਫਿਰ ਵੀ ਆਪ ਜੀ ਨੇ ਕਦੇ ਵੀ ਹਿੰਮਤ ਨਾ ਹਾਰੀ। ਮੌਜੂਦਾ ਸਮੇਂ ਵਿੱਚ ਚਾਹੇ ਜਥੇਦਾਰ ਹਰਬੰਸ ਸਿੰਘ ਘੁੰਮਣ ਸਮਾਜ ਦੇ ਅਤੇ ਪਰਿਵਾਰ ਦੇ ਵਿਚਕਾਰ ਨਹੀਂ ਹਨ, ਪਰ ਅੱਜ ਵੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਵਚਨਬੱਧ ਹੈ।
जिसका किया तेने लिया जिसका किया तेने लिया ओ जिसे का पाना ओ जिसे का पाना ओ जिसे का पाना ओट से पापाना शैब संभाल शैब संभाल पंत निहाल असा पे होते जाना असा पे होते जाना असा पे होते जाना असा पे होते जाना आओ मिलो सहेलियो सजड़ा नाम ले रोवे बिरहा तन का अपना शहर संभालिया शहर संभाले पंत निहाले असां पे उते जाना उपजे निपज समारी नैनो देखते हो जग जाई लाज ना मरो कहो पर मेरा अंत के बाद नहीं तेरा अनक जतन कर पाया पाली मरती बार अगन संग जाली चोआ चंदन मर्दन अंगा सोतन गले काट के संगा असां पे उते जाना इन्नी लोहनी देख दिया कितनी चल गई लोका आपो अपने मैं अपने गई असां पे उते जाना प्रीता किते टंडे मपिया जिन्नी तू जरियो तैं पासों कोई लद गए तू अजे ना पते असां भी उते जाना घड़ी मौत का पाउना काज सवारना माया काम व्यापया समझे नहीं गवा उठ चलिया पछताया उठ चलिया पछताया पड़या बस जंगला अन्ने तू बेटा कंदी पाए अन्ने तू बेटा कंदी पाए जे होवे मूर्ख लिखया ठाकुर का भजन कमाए हरि नाई वंदना ले ले दात बातिया लावे परतैया जाओ तुम किसान दा हलो मिणिया पिता जिस का किया
जिस बाकिया तेरी लिया पहुँच से का पाना पहुँच से का पाना पहुँच से का पाना होत से का पाना शहर संभाल शहर संभाल पंथ ने हाल असभ होते जाना असभ होते जाना असभ होते जाना असभ होते जाना जो दिन कर पाया सो आगे आया जो दिन कर पाया सो आगे आया असी के हुक्म करे असी के हुक्म करे असी के
जैसों कीजे जिसकी वस्तु सोई ले जाएगा जिसकी वस्तु सोई ले जाएगा रोज जैसों कीजे रोज जैसों कीजे रोज जैसों कीजे रोज जैसों कीजे गुरुमुख होवे तो पाना मन गुरुमुख होवे तो पाना मन सहते हर रस पीके सहते हर रस पीके रोज जैसों कीजे रोज जैसों कीजे जिसकी वस्तु सोई ले जाएगा जिसकी वस्तु सोई ले जाएगा रोज जैसों कीजे रोज जैसों कीजे रोज जैसों कीजे जिसकी वस्तु सोई ले जाएगा जिसकी वस्तु सोई ले जाएगा नानक सबदाता सदा सलायो नानक सबदाता सदा सलायो रसना राम रवि के रसना राम रवि के रोज जैसों कीजे नानक सबदाता सदा सलायो नानक सबदाता सदा सलायो रोज जैसों कीजे रसना राम रवि के रसना राम रवि के रोज जैसों कीजे रोज जैसों कीजे जिसकी वस्तु सोई ले जाएगा जिसकी वस्तु सोई ले जाएगा रोज जैसों कीजे रोज जैसों कीजे रोज जैसों कीजे
तब आपे पैर खाई सब डोरी हाथ तुम्हारे सब डोरी हाथ तुम्हारे सब डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे की जंत तेरे तारे की जंत तेरे तारे प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे मेरा मात पिता कर कृपा प्रतिपालन लागा मेरा मात पिता कर कृपा प्रतिपालन लागा करी तेरा करी तेरा प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे की जंत तेरे तारे की जंत तेरे तारे सब डोरी हाथ तुम्हारे सब डोरी हाथ तुम्हारे सब डोरी हाथ तुम्हारे जे करावे सो करना नानक दास तेरी शरणा जे करावे सो करना नानक दास तेरी शरणा नानक दास तेरी शरणा नानक दास तेरी शरणा प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे की जंत तेरे तारे की जंत तेरे तारे प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀਆ ਦੇ ਪਵਿੱਤਰ ਮਹਾਂਵਾਕਾਂ ਅਨੁਸਾਰ ਸਾਡੇ ਤੁਹਾਡੇ ਸਭ ਦੇ ਪਿਆਰੇ ਤੇ ਸਤਿਕਾਰੇ ਜਥੇਦਾਰ ਹਰਬੰਸ ਸਿੰਘ ਜੀ ਘੁੰਮਣ ਸਾਬਕਾ MLA ਜੋ ਕਿ ਇੱਕ ਸਦੀ ਪੂਰੀ ਕਰਕੇ ਇਹ ਸੰਸਾਰ ਤੋਂ ਰੁਖਸਤ ਹੋਏ ਹਨ। ਉਹਨਾਂ ਦੇ ਸੰਬੰਧ ਵਿੱਚ ਅੱਜ ਕੀਰਤਨ ਦਰਬਾਰ
ਅਤੇ ਸਮੁੱਚਾ ਖਾਲਸਾ ਪੰਥ ਇੱਥੇ ਬਿਰਾਜਮਾਨ ਹੈ। ਸਭ ਦਾ ਧੰਨਵਾਦ ਹੈ। ਸਰਦਾਰ ਹਰਬੰਸ ਸਿੰਘ ਜੀ ਘੁੰਮਣ ਦੇ ਜੀਵਨ ਬਾਰੇ ਜੇ ਦੱਸਣ ਲੱਗਾਂਗੇ ਜਾਂ ਬੁਲਾਰੇ ਦੱਸਣਗੇ ਤਾਂ ਮੇਰਾ ਖਿਆਲ ਹੈ ਇੱਕ ਸਦੀ ਦਾ ਜਿਹੜਾ ਇਤਿਹਾਸ ਹੈ ਉਹ ਤੇ ਕਈ ਕਿਤਾਬਾਂ ਵੀ ਛਪ ਸਕਦੀਆਂ, ਲੇਕਿਨ ਮੇਰੇ ਨਾਲੋਂ ਵੱਧ ਤੁਸੀਂ ਸਾਰੇ ਜਾਣਦੇ ਹੋ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਉਦੋਂ ਉਹਨਾਂ ਦਾ ਜਨਮ ਹੋਇਆ। ਜਦੋਂ ਉਹਨਾਂ ਨੇ 10ਵੀਂ ਪਾਸ ਕੀਤੀ 1941 ਵਿੱਚ ਤਾਂ ਉਹ ਸਾਂਝੇ ਪੰਜਾਬ ਭਾਵ ਪਾਕਿਸਤਾਨ ਤੋਂ ਬਣ ਤੋਂ ਪਹਿਲਾਂ 1941 ਚ 10ਵੀਂ ਕੀਤੀ ਉਹਨਾਂ ਨੇ ਬਾਬਾ ਆਇਆ ਸਿੰਘ ਰਿਆੜਕੀ ਸਕੂਲ ਤੇ ਕਾਲਜ ਤੁਗਲਵਾਲਾ ਤੋਂ ਅਤੇ ਲਾਹੌਰ ਯੂਨੀਵਰਸਿਟੀ ਤੋਂ ਉਹਨਾਂ ਦੀ ਪਹਿਲੀ ਪੋਜੀਸ਼ਨ ਆਈ ਤੇ ਕਹਿੰਦੇ ਆ ਵੀ ਉਸ ਵੇਲੇ ਤਹਿਸੀਲਦਾਰ ਦੀ ਤਨਖਾਹ ਸ਼ਾਇਦ 6 ਰੁਪਏ ਸੀ ਤੇ ਇਹਨਾਂ ਨੂੰ 8 ਰੁਪਏ ਵਜ਼ੀਫਾ ਮਿਲ ਗਿਆ। ਇਹਨਾਂ ਨੇ ਹੋਰ ਕਾਰਜ ਚੁਣਨ ਤੋਂ ਬਾਅਦ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਮਾਸਟਰ ਤਾਰਾ ਸਿੰਘ ਜੀ ਦੀ ਉਂਗਲ ਫੜੀ। ਬਾਕੀ ਸਾਰੇ ਬੁਲਾਰਿਆਂ ਨੇ ਬਾਖੂਬੀ ਮੇਰੇ ਤੋਂ ਬਾਅਦ ਵੱਖ-ਵੱਖ ਸਮੇਂ ਤੇ ਦੱਸਣਾ ਹੈ ਉਹਨਾਂ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਸਾਥੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਹਨਾਂ ਨਾਲ ਸੇਵਾ ਕੀਤੀ ਹੈ। ਤੁਸੀਂ ਸਾਰੇ ਰਿਸ਼ਤੇਦਾਰ ਤੇ ਨਗਰ ਨਿਵਾਸੀ ਦਾਸ ਤੋਂ ਵੱਧ ਜਾਣਦੇ ਹੋ। ਮੈਂ ਬੇਨਤੀ ਕਰਾਂਗਾ ਇਹ ਉਹਨਾਂ ਦੇ ਪੁਰਾਣੇ ਸਾਥੀ ਉਹਨਾਂ ਦੇ ਹਮਸਫਰ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਜੋ ਕਿ ਭਾਰਤੀ ਕਿਸਾਨ ਯੂਨੀਅਨ ਦੇ ਫਾਊਂਡਰਾਂ ਵਿੱਚੋਂ ਟਕੈਤ ਸਾਹਿਬ ਦੇ ਨਾਲ ਉਹਨਾਂ ਨੇ ਜੀਵਨ ਸ਼ੁਰੂ ਕੀਤਾ ਤਾਂ ਸਰਦਾਰ ਹਰਬੰਸ ਸਿੰਘ ਜੀ ਘੁੰਮਣ ਦੇ ਸੰਬੰਧ ਵਿੱਚ ਉਹ ਸ਼ਰਧਾ ਤੇ ਸਤਿਕਾਰ ਆਪਣੀਆਂ ਮਿੱਠੀਆਂ ਯਾਦਾਂ ਨਾਲ ਸ਼ੁਰੂ ਕਰਨਗੇ। ਸਰਦਾਰ ਭੁਪਿੰਦਰ ਸਿੰਘ ਜੀ ਮਾਨ ਸਾਬਕਾ MP ਬਟਾਲੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਚੀਜ਼ਾਂ ਦਾ ਸੁਮੇਲ ਮੇਰੇ ਮਨ ਵਿੱਚ ਆ ਗਿਆ, ਇੱਕ ਫਖਰ ਦਾ, ਇੱਕ ਅਫਸੋਸ ਦਾ। ਇਹਨਾਂ ਦੋਵਾਂ ਸੁਮੇਲਾਂ ਦੇ ਸੰਬੰਧ ਵਿੱਚ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੋਇਆ ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਤੁਹਾਡੇ ਸਤਿਕਾਰ ਵਿੱਚ ਬੜੀ ਨਿਮਰਤਾ ਸਹਿਤ ਫਤਿਹ ਅਰਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦਾ ਫਰਮਾਨ ਹੈ, ਗੁਰਮੁਖ ਜਨਮ ਸਵਾਰ ਕਰਕੇ ਚੱਲੇ। ਇਹ ਮੇਰੇ ਮਨ ਵਿੱਚ ਇਹ ਹੈ ਭਈ ਘੁੰਮਣ ਸਾਹਿਬ ਸਰਦਾਰ ਹਰਬੰਸ ਸਿੰਘ ਜੀ ਘੁੰਮਣ ਇਹਦੇ ਉੱਤੇ ਐਨ ਪੂਰੇ ਉਤਰਦੇ ਹੈ। ਮੇਰਾ ਅੱਧੀ ਸਦੀ ਦਾ ਤਕਰੀਬਨ ਸਾਥ ਘੁੰਮਣ ਸਾਹਿਬ ਨਾਲ ਰਿਹਾ, ਜੇਲ੍ਹ ਵਿੱਚ ਵੀ ਤੇ ਜੇਲ੍ਹ ਤੋਂ ਬਾਹਰ ਵੀ। ਇਹ ਜਿਹੜੀ ਸਾਡੇ ਕੋਲੋਂ ਇੱਕ ਅਕੀਦੇ ਤੇ ਖੜੇ ਹੋਣ ਵਾਲੇ ਸਿਆਸਤਦਾਨਾਂ ਦੀ ਪੁਸ਼ਟ ਅਲੋਪ ਹੋ ਰਹੀ ਹੈ, ਉਹ ਬੜਾ ਅਫਸੋਸ ਹੈ। ਅੱਜ ਦੇ ਮਾਹੌਲ 'ਚ ਜਦੋਂ ਵੇਖਦੇ ਹਾਂ ਤੇ ਸਰਦਾਰ ਘੁੰਮਣ ਸਾਹਿਬ ਦੀ ਯਾਦ ਕਰਦਿਆਂ ਵੇਖਦੇ ਹਾਂ ਤੇ ਇਹ ਮਰਦੋ ਹੈ ਜਾਣਾ ਤੇ ਇੱਥੋਂ ਹਰ ਇੱਕ ਨੇ, ਲੇਕਿਨ ਜਿਹੜਾ ਜਨਮ ਸਵਾਰ ਕੇ ਜਾਂਦਾ ਹੈ ਉਹ ਉਹਦੇ ਉੱਤੇ ਫਖਰ ਹੁੰਦਾ ਹੈ। ਇਹ ਸਰਦਾਰ ਘੁੰਮਣ ਜ਼ਿੰਦਗੀ ਵਿੱਚ ਇੱਕੋ ਵਾਰੀ ਗਿਆ, ਥਾਂ ਥਾਂ ਮਿੰਟ ਮਿੰਟ ਦੇ ਉੱਤੇ ਅੱਜ ਲੋਕੀ ਅਸੀਂ ਸਾਰੇ ਮਰਦੇ ਵੇਖਦੇ ਹਾਂ। ਉਹਨਾਂ ਦੇ ਜਿਹੜਾ ਪਰਿਵਾਰ ਸਿਰਜਿਆ ਉਹ ਪਰਿਵਾਰ ਦੇ ਉੱਤੇ ਵੀ ਅਸੀਂ ਕੌਮੀ ਤੌਰ ਦੇ ਉੱਤੇ ਫਖਰ ਕਰ ਸਕਦੇ ਹਾਂ ਔਰ ਕਰਦੇ ਹਾਂ। ਉਹਨਾਂ ਦੇ ਪਰਿਵਾਰ ਦੇ ਬੇਟੇ ਪੋਤੇ ਪੋਤੀਆਂ ਸਾਰੇ ਜਿਹੜੇ ਅਕੀਦੇ ਤੇ ਹੈ ਨੇ ਉਹਦੇ ਤੇ ਅਟਲ ਨੇ, ਦ੍ਰਿੜ ਨੇ, ਆਪਣੀ ਗੱਲ ਦੇ ਉੱਤੇ ਕਾਇਮ ਨੇ। ਐਵੇਂ ਹਵਾ
ਹਵਾ ਦੇ ਝੋਖਿਆਂ ਨਾਲ ਇੱਧਰ ਉੱਧਰ ਜਾਣ ਵਾਲੇ ਨਹੀਂ। ਇਹ DNA ਸਰਦਾਰ ਹਰਬੰਸ ਸਿੰਘ ਘੁੰਮਣ ਦਾ ਇਸ ਪਰਿਵਾਰ ਵਿੱਚ ਜਸਬੀਰ, ਰਣਧੀਰ ਤੇ ਬਾਕੀ ਸਾਰੇ ਸੌਰੀ ਮੈਂ ਅਜ਼ੀਜ਼ ਹੈ ਇਸ ਕਰਕੇ ਮੈਂ ਛੋਟਾ ਨਾਂ ਲੈ ਰਿਹਾ ਪੁੱਤਰ ਜੀ। ਸਰਦਾਰ ਜਸਬੀਰ ਸਿੰਘ ਘੁੰਮਣ ਤੇ ਸਰਦਾਰ ਰਣਧੀਰ ਸਿੰਘ ਜੀ ਮੇਰੇ ਬੇਟਿਆਂ ਵਾਂਗੂ ਨੇ, ਅਜ਼ੀਜ਼ ਨੇ, ਪਿਆਰ ਨਾਲ ਮੈਂ ਜੋ ਮਰਜ਼ੀ ਆਖਾਂ, ਲੇਕਿਨ ਸਮਾਜਿਕ ਤੌਰ ਦੇ ਉੱਤੇ ਸਾਡੇ ਸਤਿਕਾਰਤ ਬੇਟੇ ਨੇ। ਅੱਜ ਬਹੁਤ ਉਹਨਾਂ ਦੇ ਸੰਬੰਧ ਵਿੱਚ ਪੁਰਾਣੀਆਂ ਯਾਦਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਜਦੋਂ ਅਖੀਰੀ ਸਮੇਂ ਤੱਕ ਸਰਦਾਰ ਘੁੰਮਣ ਸਾਹਿਬ ਦੀ ਯਾਦਾਸ਼ਤ ਦਿਮਾਗੀ ਤੌਰ ਦੇ ਉੱਤੇ ਬਿਲਕੁਲ ਪਰਪੱਕ ਸੀ। ਥੋੜਾ ਜਿਹਾ ਚਿਰ ਕੋਈ ਦਿਨ ਪਹਿਲਾਂ ਥੋੜਾ ਜਿਹਾ ਉਹਨਾਂ ਤੇ ਅਸਰ ਹੋਇਆ, ਲੇਕਿਨ ਉਹ ਹਮੇਸ਼ਾ ਆਪਣੇ ਆਪ ਦੇ ਅਕੀਦੇ ਤੇ ਫਖਰ ਕਰਦੇ ਸੀ ਕਿ ਮੈਂ ਜ਼ਿੰਦਗੀ ਜੀ ਕੇ ਕੱਟੀ ਹੈ। ਔਰ ਉਹਨਾਂ ਦੇ ਜਾਣ ਦੇ ਉੱਤੇ ਜਿੱਥੇ ਬੜਾ ਅਫਸੋਸ ਹੈ ਮਨ ਵਿੱਚ, ਉੱਥੇ ਫਖਰ ਵੀ ਹੈ ਇਸ ਗੱਲ ਦਾ ਕਿ ਇਹ ਵਿਅਕਤੀ ਜੇ ਇਹਨਾਂ ਨੂੰ ਮੈਂ ਆਪਣੇ ਮਨ ਵਿੱਚ ਮਹਾਨ ਵਿਅਕਤੀ ਆਖਾਂ ਤੇ ਮੇਰੇ ਮਨ ਵਿੱਚ ਕੋਈ ਅਥਨੀ ਨਹੀਂ। ਸੱਚੇ ਪਾਤਸ਼ਾਹ ਸਰਦਾਰ ਘੁੰਮਣ ਸਾਹਿਬ ਨੂੰ ਤੁਸੀਂ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਬਖਸ਼ਣਾ ਹੀ ਹੈ। ਸਾਰੀ ਸਾਧ ਸੰਗਤ ਦਾ ਇਹ ਮਨ ਹੀ ਮਨ ਵਿੱਚ ਇਹ ਕਹਿਣਾ ਹੈ। ਔਰ ਸੰਗਤ 21 ਵਿਸਵੇ ਤੇ ਗੁਰੂ ਸਾਹਿਬ ਤੁਸੀਂ ਫਰਮਾਇਆ ਗੁਰੂ 20 ਵਿਸਵੇ। ਸੰਗਤ ਦਾ ਇਹ ਮਨ ਹੈ ਸਾਰਿਆਂ ਦਾ ਕਿ ਸਰਦਾਰ ਹਰਬੰਸ ਸਿੰਘ ਘੁੰਮਣ ਜੀ ਉਹਨਾਂ ਨੂੰ ਤੁਸੀਂ ਆਪਣੇ ਚਰਨਾਂ 'ਚ ਨਿਵਾਸ ਬਖਸ਼ਦਿਆਂ ਹੋਇਆਂ ਸੰਗਤ ਨੂੰ ਉਹਨਾਂ ਦੇ ਜ਼ਿੰਦਗੀ ਵਿੱਚ ਚੰਗਿਆਈਆਂ ਨੂੰ ਲੋਚਦਿਆਂ ਹੋਇਆਂ ਆਪਣੀ ਜ਼ਿੰਦਗੀ ਵਿੱਚ ਇਸ ਅੱਜ ਦੇ ਸਮਾਜ ਵਿੱਚ ਦ੍ਰਿੜਤਾ, ਸੰਕਲਪ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਲੱਗਣ ਵਾਲੇ, ਬਿਲਕੁਲ ਅਸ਼ਾਸ਼ੇ ਨਾਲ ਚੱਲਣ ਵਾਲੇ ਇਹ ਬਣਾਓਗੇ। ਇਹਨਾਂ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦੇ ਸਤਿਕਾਰਯੋਗ ਸਾਧ ਸੰਗਤ ਜੀ ਫਿਰ ਦੁਬਾਰਾ ਬੜੀ ਨਿਮਰਤਾ ਸਹਿਤ ਸਤਿਕਾਰ ਸਹਿਤ ਫਤਿਹ ਅਰਜ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਵੀਰ ਸਿੰਘ ਜੀ ਦੇ ਮਿੱਤਰਾਂ ਦੀ ਦੁਨੀਆ ਵਿੱਚੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਹੁਤ ਨੇੜਲੇ ਸਾਥੀ ਸਰਦਾਰ ਧੜਕ ਸਿੰਘ ਜੀ ਬਰਾੜ ਮੋਗੇ ਵਾਲੇ, ਜਿਨ੍ਹਾਂ ਨੇ ਬਚਪਨਾ ਇਹਨਾਂ ਕੋਲੋਂ ਲੋਰੀਆਂ ਤੇ ਸੀਸਾਂ ਲਈਆਂ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੇ ਪਿਤਾ ਸਰਦਾਰ ਹਰਬੰਸ ਸਿੰਘ ਜੀ ਘੁੰਮਣ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਬਾਪੂ ਹਰਬੰਸ ਸਿੰਘ ਹੋਰਾਂ ਦੀ ਅੰਤਮ ਸੰਗਤੀ ਅਰਦਾਸ ਸ਼ਾਮਲ ਗੁਰੂ ਰੂਪ ਖਾਲਸਾ ਜੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚੱਲ ਸੀ, ਇਹਦੇ ਬਾਰੇ ਕੀਰਤਨ ਕਰਨ ਵਾਲਾ ਜਥਾ ਗੁਰੂ ਸ਼ਬਦਾਂ ਰਾਹੀਂ ਦ੍ਰਿੜ ਕਰਵਾ ਰਿਹਾ ਸੀ ਕਿ ਆਤਮਾ ਆਈ ਇੱਥੇ ਸਰੀਰਕ ਰੂਪ ਚ ਵਿਚਰੀ, ਅੱਗੇ ਚਲੀ ਗਈ। ਸਿੱਖੀ ਦੇ ਅਸੂਲਾਂ ਅਨੁਸਾਰ ਇੱਕ ਤਾਂ ਆਪਾਂ ਉਹ ਅਦਿੱਖ ਸ਼ਕਤੀ ਜਿਹਦਾ ਵਰਣਨ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਦੇ ਸਨਮੁਖ ਸੰਗਤੀ ਅਰਦਾਸ ਕਰਨੀ ਹੈ ਕਿ ਆਇਆ ਇੱਥੇ ਉਹਨਾਂ ਤੋਂ ਵਿਚਰਦਿਆਂ ਕੋਈ ਐਸੀ ਅਵੱਗਿਆ ਹੋਈ ਹੋਵੇ ਜੋ ਉਸ ਸ਼ਕਤੀ ਨੂੰ ਸ਼ਕਤੀਮਾਨ ਨੂੰ ਨਾ ਭਾਉਂਦੀ ਹੋਵੇ। ਉਹ ਸਾਡੀ ਬੇਨਤੀ, ਸਾਡੀ ਜੋਦਰੀ ਸੁਣ ਕੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਦੂਜਾ ਲੇਖਾ ਜੋਖਾ ਸੰਸਾਰ ਕਰਦਾ ਕਿ ਇੱਥੇ ਮਨੁੱਖੀ ਰੂਪ 'ਚ ਵਿਚਰਦਿਆਂ ਉਹ ਸ਼ਖਸੀਅਤ ਕਿਸ ਪਾਏ ਦੀ ਸੀ। ਸਰਦਾਰ ਭਗਤ ਸਿੰਘ ਹੋਰਾਂ ਨੇ ਬਹੁਤ ਸੰਖੇਪ ਸ਼ਬਦਾਂ 'ਚ ਵੱਡੀਆਂ ਗੱਲਾਂ ਕਹੀਆਂ ਨੇ। ਸਿਆਣੇ ਬੰਦਿਆਂ ਨੇ ਉਹਨੂੰ ਤਿੰਨ ਨਾਂ ਦਿੱਤੇ ਨੇ ਕਿ ਕੁਝ ਲੋਕ ਗੁੰਮਨਾਮੀ ਦੀ ਜ਼ਿੰਦਗੀ ਜਿਉਂਦੇ ਆ, ਕੁਝ ਬਦਨਾਮੀ ਦੀ ਜਿਉਂਦੇ ਆ, ਕੁਝ ਨੇਕਨਾਮੀ ਦੀ ਜ਼ਿੰਦਗੀ ਜਿਉਂਦੇ ਆ। ਜਿਹੜੇ ਲੋਕ ਬਦਨਾਮੀ ਦੀ ਜ਼ਿੰਦਗੀ ਜਿਉਂ ਕੇ ਜਾਂਦੇ ਆ, ਉਹਨਾਂ ਦੇ ਇਸ ਤਰ੍ਹਾਂ ਭੋਗ ਸਮਾਗਮ ਨਹੀਂ ਹੁੰਦੇ। ਲੰਬਾ ਸਮਾਂ ਬਾਅਦ ਤੱਕ ਸੰਸਾਰ ਨੂੰ, ਪਰਿਵਾਰਾਂ ਨੂੰ, ਖਾਨਦਾਨ ਨੂੰ, ਉਹਨਾਂ ਨਗਰਾਂ ਨੂੰ ਬਹੁਤ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਦਾ, ਜ਼ਿਕਰ ਕਰਦਾ।
गुमनामी की जिंदगी भी कोई बहुता अर्थ नहीं रखती जे फुल किसी जंगल च खिड़े उत्थे मुरझा जाए, उसकी खूबसूरती ना कोई तक सके, उसकी खुशबू ही ना लै सके, उसकी मलैमता ना जज कर सके, वो किसी मंदिर मस्जिद ना चढ़े, किसी के गले का हार ना बने, वो जिवें बेअर्थ होंदा। गुरु गोबिंद सिंह पातशाह ने इस प्रथाए कहा कि कभी रण जूझो नहीं, किस दे जस ना लीन, ग्राम बस जाणो नहीं, जमसो किन कह दी। ਉਹਦਾ होना भी कोई अर्थ नहीं रखता कि घर दियां बरूआं च अंदर रहिंदे पेट पूर्ति लई यतनशील रहना। लेकिन सरदार हरबंस सिंह होरां ने अपनी बहरूआं तो बाहर, अपने ग्राम तो बाहर, अपने इलाके तो बाहर, अपने परिवार के पालन पोषण तो इलावा खालसा पंथ की समाज की सेवा करदियां एक बहुत ही सत्कार वाला इतिहास सिरजिया। मेरी ते जसवीर की 1983 की दोस्ती है, असीं दोनों जिला प्रधान से गुरदासपुर के, मैं फरीदकोट का, तो मैं इस गल से भी बड़ा मान करता होंदा सी कि MLA के मुंडे प्रधान बने, मैं छोटे घर तो उठ के बन गया। पर जिहड़ा दृढ़ता वाला, जिहड़ा सत्कार वाला, पंथ प्रस्ती वाला संसार उन्होंने सिरजिया, उहदे ते मेरे वीर पहरा दे रहे ने। मेरी गुरु का अरदास है कि बापू जी होरां ने जिउंदे जी जिस चढ़ती कला नाल, जिस शिद्दत नाल तकलीफां सहंदियां गुरु के आसरे सत्यारा मनुख बनने लई जीवन की जिहड़ियां सेधां दित्तियां ने, परिवार उहदे ते पहरा दे सके। वाहिगुरू जी का खालसा, वाहिगुरू जी की फतेह। दसदे हुंदे सी पापा जी कि श्रोमणी गुरुद्वारा प्रबंधक कमेटी ਦੀਆਂ ਚੋਣਾਂ ਹੋਈਆਂ, ਉਹ ਇੱਥੋਂ ਧਾਰੀਵਾਲ ਹਲਕੇ ਤੋਂ ਮੈਂਬਰ ਚੁਣੇ ਗਏ। ਪੰਥ ਵਿੱਚ ਕੋਈ ਦੁਵਿਧਾ ਪਈ ਤੇ ਮਾਸਟਰ ਤਾਰਾ ਸਿੰਘ ਜੀ ਕਹਿੰਦੇ, ਹਰਬੰਸਿਆ ਜੇ ਤੂੰ ਅਸਤੀਫਾ ਦੇ ਦੇ ਤੇ ਸਾਰੇ ਪੰਥ 'ਚ ਏਕਤਾ ਹੁੰਦੀ ਹੈ। ਕਹਿੰਦੇ ਮੈਂ 1 ਮਿੰਟ ਲਾਇਆ, 1954 'ਚ ਅਸਤੀਫਾ ਦੇ ਦਿੱਤਾ, ਫਿਰ 1957 ਵਿੱਚ MLA बने। सो मैं ज़्यादा समा ना लेंदा होया इस इलाके की धार्मिक ते माया नाज हस्ती शख्सियत श्रीमान संत बाबा बुद्ध सिंह जी घुमना वाले को बेनती करांगा कि वो परिवारक मैंबर भी ने ते वो श्रद्धा ते सत्कार भेंट करन। वालिए को लालम धन धन साहिब श्री गुरु ग्रंथ साहिब महाराज जी की पावन गोद विच विछड़ चुकी आत्मा पुरदाए अरदास करने लई इकट्ठर हुई साध संगत जीओ, रसना पवित्र करो, फतेह बुलाओ। वाहिगुरू जी का खालसा, वाहिगुरू जी की फतेह। अज तो कुछ दिन पहला साडे अति सत्कारयोग जथेदार सरदार हरबंस सिंह जी इस नासवान संसार में सदा सदा लई आलविदा कह के उस अकाल पुरख की अनंत शक्ति विच लीन हो गए, जिन्हां दे परथाए अज कौम के जिम्मेवार सज्जण इत्थे गुरु के चरणों विच अरदास करने लई पहुंचे ने। गुरमुख जन्म सवार दरगे चलिया, सच्ची दरगे जाए, सच्चा पिड़ मलिया। कुछ ऐसे मनुख संसार ते आउंदे ने जिहड़े इस संसार विच आके कोई ऐसा परोपकार करते ने जिन्हां दियां यादां, उन्हां दियां बातां लंबे समय तक इस संसारी लोग पाउंदे रहिंदे ने। उन्होंने शख्सियतों विचों सन जथेदार सरदार हरबंस सिंह जी। मैं टूक मात्र एक गल करांगा कि जदों 1984 में सचखंड श्री हरमंदिर साहिब उत्ते हिंदुस्तान की जालम सरकार ने तोपां टैंकां नाल हमला किया, अकाल तख्त साहिब ढाह ढेरी कर दिता,
ਸਿੱਖਾਂ ਦੇ ਜਾਨਾਂ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਛਾਲਣੀ ਛਾਲਣੀ ਕਰ ਦਿੱਤਾ। ਬਹੁਤ ਬੜਾ ਭਿਆਨਕ ਸਮਾਂ ਸੀਗਾ। ਉਸ ਵੇਲੇ ਜਿਹੜੇ ਕੌਮ ਦੇ ਮਰਜੀਵੜੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਦੀ ਜੇਲ੍ਹ ਵਿੱਚ ਪਹੁੰਚਾ ਦਿੱਤਾ, ਜਿਹਦੇ ਵਿੱਚ ਸਰਦਾਰ ਹਰਬੰਸ ਸਿੰਘ ਦੇ 2 ਲਖਤੇ ਜਿਗਰ ਸਰਦਾਰ ਜਸਵੀਰ ਸਿੰਘ ਘੁੰਮਣ ਤੇ ਸਰਦਾਰ ਰਣਧੀਰ ਸਿੰਘ ਘੁੰਮਣ ਸਨ। ਸਮਾਂ ਬੜਾ ਭਿਆਨਕ ਸੀਗਾ। ਕੌਮ ਮਜੂਸੀ ਦੇ ਆਲਮ ਵਿੱਚ ਗੁਜ਼ਰ ਰਹੀ ਸੀਗੀ। ਸਿੰਘਾਂ ਨੂੰ ਜੋਧਪੁਰ ਦੀ ਜੇਲ੍ਹ ਵਿੱਚ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸਨ। ਉਸ ਸਮੇਂ ਪਹਿਲੀ ਮੁਲਾਕਾਤ ਜਿਹੜੀ ਸੀਗੀ ਉਹ ਸਰਦਾਰ ਹਰਬੰਸ ਸਿੰਘ ਜੀ ਨੇ ਉੱਥੇ ਪਾਈ। ਇੱਥੇ ਹੀ ਬਸ ਨਹੀਂ, ਅੱਜ ਉਹਨਾਂ ਵਿੱਚੋਂ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਨੇ ਜੋਧਪੁਰ ਦੀ ਜੇਲ੍ਹ ਕੱਟੀ ਏ। ਜੇ ਉਹਨਾਂ ਦੀ ਖਲਾਸੀ ਹੋਈ ਏ, ਉਹਨਾਂ ਦੀ ਰਿਹਾਈ ਹੋਈ ਏ, ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਕਹਿਣਾ ਕਿ ਉਹ ਸਰਦਾਰ ਹਰਬੰਸ ਸਿੰਘ ਜੀ ਦੂਰ ਅੰਦੇਸ਼ੀ ਤੇ ਡੂੰਘੀ ਸੋਚ ਕਰਵਾ ਸਕੀਏ। ਇਸ ਕਰਕੇ ਉਹਨਾਂ ਦੇ ਪਰਿਵਾਰ ਨੇ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਬੜੇ ਦ੍ਰਿੜ ਇਰਾਦੇ ਦੇ ਸਨ ਤੇ ਗੁਰਮਤਿ ਦੇ ਧਾਰਨੀ ਸਨ। ਇਸ ਕਰਕੇ ਮੈਂ ਲੰਮਾ ਸਮਾਂ ਨਹੀਂ ਲੈਣਾ। ਮੈਂ ਆਪਣੇ ਵੱਲੋਂ ਤੇ ਸੰਪਰਦਾਇ ਨਿੱਕੇ ਘੁੰਮਣਾ ਵੱਲੋਂ ਉਹਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਇਹ ਜਿਹੜੀ ਫਲਵਾੜੀ ਸਰਦਾਰ ਹਰਬੰਸ ਸਿੰਘ ਦੀ ਅੱਜ ਉਹਨਾਂ ਦੇ ਲਾਇਕ ਸਪੁੱਤਰ ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਰਣਧੀਰ ਸਿੰਘ ਜੀ ਸਮਾਜ ਦੇ ਵਿੱਚ ਚੰਗਾ ਨਾਂ ਕਮਾ ਰਹੇ ਨੇ। ਸਤਿਗੁਰੂ ਜੀ ਇਹਨਾਂ ਦੀ ਕੰਧ ਉੱਤੇ ਆਪਣਾ ਮਿਹਰਾ ਭਰਿਆ ਹੱਥ ਰੱਖਣ। ਅਖੀਰ ਦੇ ਵਿੱਚ ਸੰਪਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ ਦੇਹੋ ਸੱਜਣ ਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ, ਜਿਉ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਸਤੰਬਰ 1981 ਨੂੰ ਜਦੋਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਚੌਕ ਮਹਿਤੇ ਤੋਂ ਹੋਈ, ਉਦੋਂ ਤੋਂ ਲੈ ਕੇ ਅੱਜ ਤੱਕ ਸਾਰੀ ਕੌਮ ਦੇ ਜੋ ਜਜ਼ਬੇ ਭਰਪੂਰ ਨੌਜਵਾਨ ਸਨ, ਉਹਨਾਂ ਦੇ ਕੇਸ ਜੋਧਪੁਰ ਤੱਕ ਲੜਨ ਵਾਲੇ ਸਰਦਾਰ ਹਰਬੰਸ ਸਿੰਘ ਜੀ ਘੁੰਮਣ ਦੇ ਨਾਲ ਮੋਢਾ ਜੋੜਨ ਵਾਲੇ ਸਰਦਾਰ ਪੂਰਨ ਸਿੰਘ ਜੀ ਹੁੰਦਲ, ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ, ਇਹਨਾਂ ਨੂੰ ਉਸ ਵੇਲੇ ਪੰਥ ਵੱਲੋਂ ਆਓ ਜੀ, ਇਹਨਾਂ ਨੂੰ ਉਸ ਵੇਲੇ ਪੰਥ ਵੱਲੋਂ ਪੰਥ ਦੇ ਵਕੀਲ ਬਣਾ ਕੇ ਭੇਜਿਆ ਗਿਆ ਤੇ ਇਹਨਾਂ ਨੇ ਜੋਧਪੁਰ ਤੋਂ ਰਿਹਾਈ ਦੇ ਨਾਲ ਧਰਮੀ ਫੌਜੀਆਂ ਨੂੰ ਵੀ ਛਡਾਇਆ। ਸਾਰੇ ਵਕੀਲਾਂ ਵੱਲੋਂ ਜੋ ਅੰਮ੍ਰਿਤਸਰ ਗੁਰਦਾਸਪੁਰ ਦੇ ਵਕੀਲ ਸਾਹਿਬਾਨ ਨੇ, ਉਹਨਾਂ ਸਾਰਿਆਂ ਵੱਲੋਂ ਮੈਂ ਬੇਨਤੀ ਕਰਾਂਗਾ ਸਰਦਾਰ ਪੂਰਨ ਸਿੰਘ ਜੀ ਹੁੰਦਲ ਉਹ ਆਪਣੇ ਵਿਚਾਰ ਪੇਸ਼ ਕਰਨ। ਅਧਿਆਤਮਕ, ਸਮਾਜਿਕ ਤੇ ਵਿਗਿਆਨਕ ਗਿਆਨ ਦੇ ਮਹਾਸਾਗਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਖਾਲਸਾ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਗੁਰਬਾਣੀ ਵਿੱਚ ਭਗਤ ਕਬੀਰ ਜੀ ਦਾ ਸੁੰਦਰ ਕਥਨ ਹੈ, ਕਬੀਰਾ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸਾਡੇ ਸਭਨਾਂ ਦੇ ਪਿਆਰੇ ਸਤਿਕਾਰੇ ਬੜੀ ਖੂਬਸੂਰਤ ਸ਼ਖਸੀਅਤ ਦੇ ਮਾਲਕ ਸਰਦਾਰ ਹਰਬੰਸ ਸਿੰਘ ਜੀ ਘੁੰਮਣ, ਉਹ ਇਸ ਪਰਮਾਨੰਦ ਦੀ ਅਵਸਥਾ ਵਿੱਚ ਚਲੇ ਗਏ ਨੇ ਪੰਜ ਭੂਤਕ ਸਰੀਰ ਤੇ ਆ ਕੇ। ਦੁੱਖ ਵੀ ਹੈ ਕਿ ਉਹਨਾਂ ਦੇ ਦਰਸ਼ਨ ਦਿਦਾਰੇ ਨਹੀਂ ਕਰ ਸਕਾਂਗੇ। ਖੁਸ਼ੀ ਇਸ ਗੱਲ ਦੀ ਵੀ ਹੈ ਕਿ ਉਹਨਾਂ ਦੀ ਕਾਰਜਸ਼ੀਲਤਾ ਸਲਾਹੁਣਯੋਗ ਰਹੀ। ਜਿੰਨੇ ਕੁ ਪਲ ਮੈਂ ਉਹਨਾਂ ਨਾਲ 5 ਸਾਲ ਇਸ ਕੇਸ ਵਿੱਚ ਜੋਧਪੁਰ ਵਾਲੇ 'ਚ ਗੁਜ਼ਾਰੇ, 2-3 ਮਿੰਟਾਂ 'ਚ ਦੱਸਣ ਦਾ ਯਤਨ ਕਰਾਂਗਾ। ਇੰਦਰਾ ਗਾਂਧੀ ਦਾ ਕਾਲਾ ਕਾਰਨਾਮਾ ਆਪਰੇਸ਼ਨ ਬਲੂ ਸਟਾਰ ਹੋਇਆ।
ਕੇਂਦਰੀ ਸਰਕਾਰ ਸਮਝ ਬੈਠੀ ਸੀ ਕਿ ਹੁਣ ਸਿੱਖ ਸ਼ਾਇਦ ਕਦੇ ਨਾ ਉੱਠ ਸਕਣ। ਮੈਂ ਇਹਨਾਂ ਦਾ ਲੱਕ ਤੋੜਤਾ। ਸਿੰਘਾਂ ਨੇ ਜਿਨ੍ਹਾਂ ਵਿੱਚ ਮੈਂ ਸਮਝਦਾ ਪਹਿਲੀ ਕਤਾਰ ਵਿੱਚ ਘੁੰਮਣ ਸਾਹਿਬ ਸੀ, ਉਹਨਾਂ ਕਮਰ ਕੱਸੇ ਕੀਤੇ। ਮੈਂ ਉਦੋਂ ਜੇ ਅੰਮ੍ਰਿਤਸਰ ਹੀ ਸਾਂ, ਚੰਡੀਗੜ੍ਹ ਸ਼ਿਫਟ ਨਹੀਂ ਸਾਂ ਕੀਤਾ। ਜਿੰਨੇ ਨੌਜਵਾਨ ਜਿੱਦ ਕਿਤੇ ਇਹਨਾਂ ਨੂੰ ਪਤਾ ਲੱਗਾ ਕਿ ਫਲਾਣੇ ਥਾਂ ਨਜਾਇਜ਼ ਰੱਖੇ ਹੋਏ ਹੈ, ਘੁੰਮਣ ਸਾਹਿਬ ਦੇ 2 ਵਕੀਲ ਦੋਸਤ ਸੀ ਚੰਡੀਗੜ੍ਹ ਹਾਈ ਕੋਰਟ, ਸਰਦਾਰ ਪਿਆਰਾ ਸਿੰਘ ਮਾਨ ਤੇ ਸਰਦਾਰ ਗੁਰਦਰਸ਼ਨ ਸਿੰਘ ਗਰੇਵਾਲ, ਉਹਨਾਂ ਨਾਲ ਤਾਲਮੇਲ ਸੀ। ਬੜੀਆਂ ਪਟੀਸ਼ਨਾਂ ਪਾਈਆਂ ਆਪਣੇ ਖਰਚੇ ਤੇ ਘੁੰਮਣ ਸਾਹਿਬ ਨੇ, ਸਵੇਰ ਤੋਂ ਸ਼ਾਮ ਤੱਕ, ਕਦੇ ਪਿੰਡ, ਕਦੇ ਅੰਮ੍ਰਿਤਸਰ, ਕਦੇ ਚੰਡੀਗੜ੍ਹ। ਔਰ ਇੱਕ ਪਟੀਸ਼ਨ ਐਸੀ ਪਾਈ, ਉਹਨਾਂ ਦੇ 2 ਬੇਟੇ ਜਿਨ੍ਹਾਂ 'ਚ ਦੋਨੋਂ ਬੜੇ ਸਤਿਕਾਰਯੋਗ ਭਾਈ ਜਸਪੀਰ ਸਿੰਘ ਤੇ ਭਾਈ ਰਣਧੀਰ ਸਿੰਘ ਸਾਡੇ ਵਿੱਚ ਹਾਜ਼ਰ ਨੇ। ਪਹਿਲੋਂ ਇਹਨਾਂ ਦੇ 1 ਮਹੀਨਾ ਤਸ਼ੱਦਦ ਹੋਇਆ ਫੌਜੀ ਕੈਂਪ ਵਿੱਚ, ਫਿਰ ਸੰਗਰੂਰ ਦੇ ਕੋਲ ਇੱਕ ਵੱਡਾ ਕੋਠੀ ਜਿਹਨੂੰ ਤਸ਼ੱਦਦ ਦਾ ਘਰ ਕਿਹਾ ਜਾਂਦਾ ਸੀ, ਉੱਥੇ ਲੈ ਗਏ। ਘੁੰਮਣ ਸਾਹਿਬ ਬੜੇ ਰੌਸ਼ਨ ਦਿਮਾਗ ਸਨ। ਬਹੁਤ ਛੇਤੀ ਜਾ ਕੇ ਉਹਨੇ ਚੰਡੀਗੜ੍ਹ ਹਾਈ ਕੋਰਟ ਵਿੱਚ ਰਿਟ ਪਾਈ। ਜਸਟਿਸ ਸੋਢੀ ਨੇ ਉਹ ਰਿਟ ਤੇ ਆਰਡਰ ਕੀਤਾ ਕਿ ਸੈਸ਼ਨ ਜੱਜ ਦੀ ਇਨਕੁਆਇਰੀ ਕਰੇਗਾ। ਜਸਟਿਸ ਸੋਢੀ ਜਿਹੜੇ ਬਾਅਦ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਰਿਟਾਇਰ ਹੋਏ, ਹੁਣ ਉਹ ਟ੍ਰਿਬਿਊਨਲ ਅਦਾਰੇ ਦੇ ਚੇਅਰਮੈਨ ਨੇ ਟਰੱਸਟ ਦੇ। ਸੈਸ਼ਨ ਜੱਜ ਸਤਾਰਾ ਸਿੰਘ ਚੀਮਾ ਉਹ ਵੀ ਪੂਰੇ ਹੋ ਚੁੱਕੇ ਨੇ। ਉਹਨਾਂ ਦੇ ਕੇਸ ਵਿੱਚ ਪੈਰਵੀ ਕੀਤੀ ਘੁੰਮਣ ਸਾਹਿਬ ਨੇ, ਗਵਾਹੀਆਂ ਭੁਗਤਾਈਆਂ, ਰਿਕਾਰਡ ਪੇਸ਼ ਕੀਤਾ। ਰਿਜ਼ਲਟ ਇਹ ਨਿਕਲਿਆ ਕਿ ਜਿੰਨੇ ਵੀ ਫੈਡਰੇਸ਼ਨ ਦੇ ਸਿੰਘ ਤੇ ਉਹਨਾਂ ਤੋਂ ਬਿਨਾਂ ਕੁਝ ਸਿੰਘ ਸੀ 15-20 ਉਸ ਕੋਠੀ ਤਸ਼ੱਦਦ ਦੇ ਸ਼ਿਕਾਰ ਹੋਏ। ਉਹਨੇ 3 ਕੈਟੇਗਰੀ ਬਣਾ ਕੇ 20 ਲੱਖ, 15 ਲੱਖ ਤੇ 10 ਲੱਖ ਮੁਆਵਜ਼ਾ। ਜਿਹੜੇ ਸਿੰਘ ਬਹੁਤੇ ਦਿਨਾਂ ਤੋਂ ਉੱਥੇ ਰਹੇ ਸੀ ਉਹਨਾਂ ਨੂੰ 20 ਲੱਖ, ਉਸ ਤੋਂ ਘੱਟ 15 ਲੱਖ ਤੇ 10 ਲੱਖ। ਘੁੰਮਣ ਸਾਹਿਬ ਨੇ ਆਰਡਰ ਹੀ ਨਹੀਂ ਲਿਆ, ਉਹਦੀ ਐਕਸੀਕਿਊਸ਼ਨ ਵੀ ਕੀਤੀ ਔਰ ਸਾਰੇ ਜਿੰਨੇ ਉੱਥੇ ਸਿੰਘ ਸੀ ਸਾਰਿਆਂ ਨੂੰ ਮੁਆਵਜ਼ਾ ਮਿਲਿਆ। ਫਿਰ ਜਦੋਂ ਕੇਸ ਸ਼ੁਰੂ ਹੋਇਆ, 10 ਦੀ ਡਿਊਟੀ ਐਸਜੀਪੀਸੀ ਨੇ ਲਾਈ ਦਸੰਬਰ 1984 ਵਿੱਚ। ਦਸੰਬਰ 84 ਵਿੱਚ 1 ਤਰੀਕ ਜਦੋਂ ਇਹ ਸਾਰੇ ਵੀਰ ਜਿਹਨਾਂ ਚੋਂ ਫੈਡਰੇਸ਼ਨ 'ਚ ਬਹੁਤ ਸਾਰੇ ਮੇਰੇ ਸਾਹਮਣੇ ਬੈਠੇ ਨੇ, ਇਹ ਪੰਜਾਬ ਦੀਆਂ ਜੇਲ੍ਹਾਂ ਚੋਂ ਬਾਈ 에ਅਰ ਲੈ ਕੇ ਗਏ। ਗਵਰਨਮੈਂਟ ਇਹਨਾਂ ਨੂੰ ਸੈਂਟਰਲ ਜੇਲ੍ਹ ਜੋਧਪੁਰ ਨੂੰ ਨੋਟੀਫਿਕੇਸ਼ਨ ਕਰਕੇ ਜੇਲ੍ਹ ਬਣਾਇਆ। ਸਭ ਤੋਂ ਪਹਿਲੀ ਤਰੀਕ ਸੀ 5 ਜਨਵਰੀ 1985। ਮੈਨੂੰ ਐਸਜੀਪੀਸੀ ਤੇ ਮਾਣ ਹੈ ਕਿ ਮੈਂ ਇਸ ਕੇਸ ਨੂੰ ਬਹੁਤ ਚੰਗੀ ਤਰ੍ਹਾਂ ਲੜਿਆ। ਮੈਨੂੰ ਇਹਨੇ ਇਹ ਅਧਿਕਾਰ ਦਿੱਤਾ ਕਿ ਮੈਂ ਦਿੱਲੀ ਤੋਂ ਜੋਧਪੁਰ ਬਾਈ 에ਅਰ ਸਫ਼ਰ ਕਰ ਸਕਦਾ। ਮੈਂ ਬਾਈ 에ਅਰ ਜੋਧਪੁਰ ਪਹੁੰਚਾ। ਮੇਰੇ ਜਾਣ ਤੋਂ ਪਹਿਲਾਂ ਜਦੋਂ ਮੈਂ ਜੇਲ੍ਹ ਦੇ ਬਾਹਰ ਗਿਆ ਤੇ ਘੁੰਮਣ ਸਾਹਿਬ ਸਭ ਤੋਂ ਪਹਿਲਾਂ ਪਹੁੰਚੇ ਹੋਏ ਸੀ। ਜਿੰਨੀ ਇਹਨਾਂ ਪੈਰਵੀ ਕੀਤੀ, ਮੈਂ ਤਾਂ ਆਪਣੀ ਡਿਊਟੀ ਮੇਰੀ ਐਜ਼ ਵਕੀਲ ਹੈ ਹੀ ਹੈ ਸੀ। ਇੱਥੇ ਤੱਕ ਨਹੀਂ ਪਤਾ ਨਹੀਂ ਕਿੰਨੀਆਂ ਰਾਤਾਂ ਇਹਨਾਂ ਬੱਸਾਂ ਦੇ ਸਫ਼ਰ ਕੀਤਾ, ਟਰੱਕਾਂ ਦੇ ਸਫ਼ਰ ਕੀਤਾ। ਜੋਧਪੁਰ ਨੇੜੇ ਨਹੀਂ ਹੈ। ਔਰ ਇੱਕ ਦਿਨ ਐਸਾ ਵੀ ਆਇਆ, ਘੁੰਮਣ ਸਾਹਿਬ ਮੇਰੇ ਨਾਲ ਹਵਾਈ ਜਹਾਜ਼ ਤੇ ਅਸੀਂ ਜੋਧਪੁਰ ਤੋਂ ਰਾਤ ਇੱਕ ਜਹਾਜ਼ ਲੇਟ ਸੀ, 11:30 ਦਿੱਲੀ ਪਹੁੰਚੇ। ਦਿੱਲੀ ਜਾ ਕੇ ਪਤਾ ਲੱਗਾ ਕਿ ਦਿੱਲੀ ਕੋਈ ਦੰਗੇ ਹੋ ਗਏ ਨੇ, ਉੱਥੇ ਕਰਫਿਊ ਲੱਗ ਗਿਆ। ਸਾਨੂੰ ਚੰਡੀਗੜ੍ਹ ਵਾਸਤੇ ਕੋਈ ਟੈਕਸੀ ਨਹੀਂ ਸੀ ਮਿਲਣੀ। ਬੜੇ ਸਿਆਣੇ ਸੀ, ਉਹਨਾਂ ਦਾ ਤਜਰਬਾ ਸੀ। ਉਹ ਛੋਟੀ ਜਿਹੀ ਡਾਇਰੀ ਰੱਖਦੇ ਸੀ, ਉਹਦੇ ਵਿੱਚੋਂ ਇੱਕ ਨੰਬਰ ਲੱਭਿਆ। ਉਹ ਸਾਡੇ ਟੈਲੀਫੋਨ ਤੋਂ ਹੁੰਦਾ ਨਹੀਂ ਸੀ। ਪੀਸੀਓ ਤੋਂ ਟੈਲੀਫੋਨ ਕੀਤਾ ਕਿ ਏਐਸਆਈ ਗੁਰਦਾਸਪੁਰ ਜ਼ਿਲ੍ਹੇ ਦਾ, ਉਹਨੂੰ ਟੈਲੀਫੋਨ ਕੀਤਾ ਕਿ ਕਿਸੇ ਤਰ੍ਹਾਂ ਸਾਨੂੰ ਦਿੱਲੀੋਂ ਬਾਹਰ ਕੱਢ। ਉਹ ਏਐਸਆਈ ਨੇ ਵਰਦੀ ਪਾਈ, ਇੱਕ ਟੈਕਸੀ ਲਿਆਂਦੀ ਤੇ ਸਾਨੂੰ ਉਸ ਟੈਕਸੀ ਤੇ ਆਪ ਨਾਲ ਬਹਿ ਕੇ ਕਰਨਾਲ ਬਾਈਪਾਸ ਤੇ ਛੱਡ ਕੇ ਵਾਪਸ ਗਿਆ। ਸੋ ਇਹੋ ਜਿਹੇ ਰੌਸ਼ਨ ਦਿਮਾਗ। ਇੱਕ ਹੋਰ ਗੱਲ ਜਿਹੜੀ ਮੈਂ ਬੇਨਤੀ ਕਰਾਂ, ਜਿਹੜੇ ਮਸਲੇ ਕਦੇ ਕੌਮਾਂ ਚੁੱਕਦੀਆਂ ਨਹੀਂ, ਕਿਉਂ ਆਪਾਂ ਭੁੱਲ ਜਾਂਦੇ ਹਾਂ। ਜਦੋਂ ਉਹਨਾਂ ਦੀ ਉਮਰ ਵੱਲ ਖਿਆਲ ਕਰੀਦਾ ਹੈ, ਉਹਨਾਂ ਦਾ ਜਨਮ ਉਦੋਂ ਹੋਇਆ ਜਦੋਂ ਨਨਕਾਣਾ ਸਾਹਿਬ ਦੇ ਸਾਕੇ ਨੂੰ, ਨਨਕਾਣਾ ਸਾਹਿਬ ਦਾ ਸਾਕਾ ਉਸ ਵੇਲੇ ਜਿਹੜਾ 21 ਫਰਵਰੀ 1920 ਨੂੰ ਹੋਇਆ ਸੀ। 153 ਸਿੰਘ ਸ਼ਹੀਦ ਹੋਏ ਸੀ। ਬੜਾ ਵੱਡਾ ਘੱਲੂਘਾਰਾ ਸੀ ਕਾਨੂੰ ਆਣ ਦੇ। ਉਸ ਤੋਂ ਬਾਅਦ ਕੁੱਬਰ ਹੀੜੇ ਵਾਲੇ ਘੱਲੂਘਾਰਿਆਂ ਤੋਂ ਬਾਅਦ ਇੰਨੀਆਂ ਸ਼ਹੀਦੀਆਂ। ਜਦੋਂ ਘੁੰਮਣ ਸਾਹਿਬ ਨੇ ਉਹਨਾਂ ਦੇ ਆਪਣੇ ਦੱਸਣ ਮੁਤਾਬਕ ਸੁਰਤ ਸੰਭਾਲੀ, ਜਿੰਨੀਆਂ ਸਟੇਜਾਂ ਸਾਰੀਆਂ ਪੰਥਕ ਸਮਾਗਮ, ਜਿਨ੍ਹਾਂ ਚੋਂ ਤਰਨਤਾਰਨ ਦੀ ਮੱਸਿਆ, ਅੰਮ੍ਰਿਤਸਰ ਦੀ ਵਿਸਾਖੀ ਤੇ ਦੀਵਾਲੀ, ਸਾਰੇ ਪ੍ਰਚਾਰਕ, ਸਾਰੇ ਰਾਗੀ ਢਾਡੀ, ਸਾਰੇ ਦੇ ਸਾਰੇ ਸ਼ਹੀਦਾਂ ਦੀ ਗੱਲ ਕਰਦੇ ਸੀ। ਉਸ ਸਮੇਂ ਤੋਂ ਗੁਜ਼ਰੇ, ਉੱਥੋਂ ਮਨ ਤੇ ਅਸਰ ਹੋਇਆ, ਸਾਰਾ ਅੰਮ੍ਰਿਤ ਪੰਥ ਦੇ ਲੇਖੇ ਲਾਤਾ।
मैं पिछों पहुंचता सा उत्थे और ये करीब करीब हर तरीक के पहले पहुंच जाते सी। एक खास गल दस्सण वाली है, 1988 एक्स MLA सन, किसी न किसी तरह इन्हां उस वेले के प्रधानमंत्री राजीव गांधी तो टाइम लै लिया मिलने का। ये गल मेरी दोनों विचकार है। उस तो पहले सूँ चलाणगियां कापियां 85 मिल गई सी। मैनू पूछया, मैं चलाणगियां कापियां घुम्मन साहब नूं पढ़ाइयां, ਉਹਦੇ ਵਿੱਚ किधरे जिक्र नहीं सी कि संत बाबा जरनैल सिंह भिंडरालिया ने खालसा की गल टैलीफोन से या खदो खताब राही पाकिस्तान किसी ने की होवे। एवें लोगों के बयान लिख के जिदा जगजीत सिंह चौहान या सा गंगा सिंह ढिल्लों उन्होंने बयानों के आधार पर खालसा नूं हुआ बना के ऑपरेशन ब्लू स्टार किया गया। राजीव गांधी नूं मिल के आए, मैं भी कुछ इन्होंने जो कुछ मैं मटीरियल दे सकता सा दिता, जिहड़ा उन्होंने दस्सिया होया सी, इन्हां सब कुछ दस्सिया भी खालसा ने तो हुआ ही है। उहदा असर की होया, उस तो बाद समझौता होया, सिंह सारे बाहर आए। सो जिन्नी पैरवी उन्हें की, मैं किस्म का मैं अपनी ड्यूटी की है, लेकिन जिन्ना उन्हें काम किया, जिन्ना उन्होंने सिरट सी, जिन्हें उन्होंने कार्यशीलता सी, उसका कोई मुकाबला नहीं। उस तरह उन्होंने दोनों बेटे कर रहे हैं फेडरेशन। सो जिन्ना उन्होंने बारे कहा जाए, किताबें लिखिया जा सकती हैं। पिछले 2 साल की गल है, भाई साहब भाई मनजीत सिंह के बेटे की शादी से असी काफ़ी देर इकट्ठे रहे, बहुत कुछ नवा भी सुनिया, पुराना भी सुनिया। सो इहो जिहियां महान शख्सियत इन्हां दी जीवनी बारे दस्सिया जाना चाहिए, ताकि आने वाली पीढ़ियां के मार्गदर्शन बन सकन। मेरी बेनती है अकाल पुरख के, हे अकाल पुरख इहो जी आत्मा नूं अपने चरणों च निवास बख्शे ते बाकी परिवार नूं भाणा मनना बल बख्शे। वाहिगुरू जी का खालसा, वाहिगुरू जी की फतेह। हुण मैं बेनती करन जा रहा सिख कौम की उस मायानाज हस्ती नूं जिन्हां ने अकाली फूला सिंह जी बालियां महान परंपरावां श्री अकाल तख्त साहब से लागू कीतियां। मेरी मुराद है भाई साहब भाई रणजीत सिंह जी सिंह साहब जथेदार श्री अकाल तख्त साहब श्री अमृतसर तो उन्होंने बेनती करांगे कि वो आके श्रद्धा ते सत्कार भेंट करन। सजी सवारी गुरु सूख साध संगत जीओ, वाहिगुरू जी का खालसा, वाहिगुरू जी की फतेह। गुरु स्वरूप गुरु सवारी साध संगत जीओ, वाहिगुरू जी का खालसा, वाहिगुरू जी की फतेह। असां मौत के फलसफे ते मौत के विषय ते अकाल पुरख सच्चे वाहिगुरू जी की बाणी के उपदेश सुने हैं। उपदेशों में ज्ञान ही होता है, जिस ज्ञान की घाट करके सानू इस स्थिति का सामना करना पैंदा है। परिवारां नूं जिन्हां दा विछड़ जांदा उन्हां नूं, क्योंकि जाण वाला कोई भी परिवार चो मैंबर होवे उसनूं समझ लेने असीं कि ये मेरा सी, ये साडा सी। यही अज्ञानता सानू दुख देंदी है। जे असीं समझ लईए कि परमात्मा दा सी, वो लै गया, फिर सानू किसी नूं दुख नहीं आउंदा। शायद इसे करके गुरु साहब सानू अज्ञानी कह के बुलाउंदे हन। जदों कोई साडे परिवार विच बच्चा जन्म लैंदा उदों असीं खुशी दे गीत गाउंदे हां, ढोल वजाउंदे हां। जन्मे को वाजे बधाए सो हड़े अज्ञानी गाए। अज्ञानी असी इसे करके हाँ क्योंकि जो जन्मे ते सर पर मरना किरत पया सिर ताहा है, ये ज्ञान सानू नहीं। ये अकाल पुरख सच्चे वाहिगुरू दा हुक्म है। मौत ने कभी किसी नूं बख्शिया नहीं, किसी नूं अड़ियां नहीं करन दित्तियां। वड्डे वड्डे ऋषि मुनि होए, उन्होंने अपनी मौत के मुहूर्त कटवाए। मरना ना मुहूर्त पुछया, पुछी थित नवार। एक नी लद्या एक लद चले, एक ना वड्डे भार। एक ना होई साखती, एक ना होई सार। लश्कर सने दुआम्या छुटे बंक द्वार। नानक ढेरी शार की भी फिर होई शार।
ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਹੁਕਮ ਹੈ। ਆਤਮਾ ਪਰਮ ਪਿਤਾ ਪਰਮਾਤਮਾ ਦੇ ਕੋਲ ਚਲੀ ਜਾਂਦੀ ਹੈ। ਸਰੀਰ ਇੱਥੇ ਕੋਈ ਦੱਬ ਦਿੰਦਾ ਹੈ, ਕੋਈ ਸਾੜ ਦਿੰਦਾ ਹੈ, ਕੋਈ ਰੋੜ ਦਿੰਦਾ ਹੈ। ਜਿਨ੍ਹਾਂ ਨੂੰ ਗਿਆਨ ਸੀ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼, ਗੁਰੂ ਨਾਨਕ ਸਾਹਿਬ ਜੀ ਦੀ ਪੀੜ੍ਹੀ, ਤੀਸਰੇ ਪਾਤਸ਼ਾਹ, ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕੋਲ ਬੁਲਾ ਕੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਧੁਰ ਲਿਖਿਆ ਪਰਵਾਣਾ ਫਿਰੇ ਨਾਹੀ, ਗੁਰ ਜਾਏ ਹਰ ਪ੍ਰਭਾਸ ਜੀਓ। ਉਹਨਾਂ ਨੇ ਦੱਸਿਆ ਕਿ ਪਰਵਾਣਾ ਨਹੀਂ ਫਿਰਦਾ, ਹੁਕਮ ਵਾਪਸ ਨਹੀਂ ਹੁੰਦਾ। ਜਿਵੇਂ ਫਰੀਦ ਜੀ ਫਰਮਾਉਂਦੇ ਨੇ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਇਆ। ਸਾਹੇ ਚਿੱਠੀ ਵਾਪਸ ਨਹੀਂ ਹੁੰਦੀ, ਜਿੰਦ ਨੂੰ ਹੀ ਸਮਝਾਉਣਾ ਪੈਂਦਾ। ਉਹਦੀ 43 ਸਾਲ ਦੀ ਉਮਰ 'ਚ ਦਸਮ ਪਾਤਸ਼ਾਹ ਨੂੰ ਇਹ ਹੁਕਮ ਆਇਆ। ਹਜ਼ੂਰ ਸਾਹਿਬ ਦੇ ਵਿੱਚ ਸਿੱਖਾਂ ਨੇ ਦੇਖਿਆ ਜੀ ਗੁਰੂ ਸਾਹਿਬ ਤਿਆਰੀ ਕਰੀ ਬੈਠੇ ਨੇ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਜੀ ਸੱਚੇ ਪਾਤਸ਼ਾਹ ਪਾਕੀ ਨਾਈ ਪਾਕ ਹੁਕਮ ਹੋਏ ਜੋ ਖਾਲਸਾ ਮੱਥਾ ਕਹਾਂ ਟੇਕੇ। तो गुरु साहब का हुक्म से मैं खालसा अकाल को सौंपा, जो खालसे की रहत विचारेगा तिसका बेली है। तुसी दसां पातशाहियां दी आत्मा नूं पढ़ना विचारना ते मन विच बसाउणा, पंजां दा सत्कार करना। मेरी आत्मा ग्रंथ विच प्राण पंथ विच पूजा काल की परचा शब्द का दर्शन खालसे का। ते कहा मैं अंग सांग। आप गुरु साहब ने कहा कि 100 रुपए दी लकड़ियां लियाओ, 500 रुपए का गुरपुरब करो, गरीबां नूं कपड़ा वंडो। कि अकाल पुरख सच्चे वाहिगुरू दे हुक्म नूं ना किसी ने मोड़िया, ना कोई मोड़ सकता है। गुरु साहब जी का ज्ञान यही सानू उपदेश देता है कि कोई भी इस धरती ते आया, जिसने जन्म लिया उसने मरना है। जानो सत हवंतो मरनो दृष्टेन मिथ्या। जो कुछ दिसता है मिथ्या है, झूठ है, ये नाश हो जाने वाला है। जो दिसता है कादर की कुदरत वो नाश हो जाता है, जो नहीं दिसता वो सदा रहिंदा है। सानू ज्ञान नहीं, इस करके सानू दिसदा नहीं। सो अकाल पुरख सच्चे वाहिगुरू दे हुक्म अगे सिर झुकाउणा बनता है। मैं तो अकाल पुरख सच्चे वाहिगुरू का शुक्र गुजार हाँ, या उसका धन्यवाद भी करूँगा जिन्होंने सरदार हरबंस सिंह नूं सुहिरद परिवार विच जन्म दिता। गुरसिखी गुरमत के गाड़ी राह ते तोरिया ते बड़ी अखलाक वाली जिंदगी बख्शी। दरगाह दियां दातां पुत्तरां धीआं दियां दातां बख्शियां, पुत्तर धीआं भी आग्याकार। इस समाज में इस तो वड्डी दौलत कोई हुंदी नहीं। एक समा आता है हरेक मनुख की जिंदगी कदी ना कदी आता है कि मनुख नूं लगता है कि मेरी पग नूं हथ पै गए। उस समय एक अंदरों नगारा बजता है। नगारा की होता है? दसम पातशाह की वचन, दसम पातशाह के वचन जेड़े यकदम फैसला मांगते हैं। इहो जिहा जो फैसला गुरु साहब जी के हुक्म नाल कुछ सिख कर लवे तो जिंदगी च किसी का लाभा लैके नहीं जाता। मैं घुम्मन साहब की लाइफ के विच ये देखा है कि उन्होंने जिंदगी च निजी दुश्मन भी आए, सियासी दुश्मन भी आए। सियासी दुश्मनों को सियासियों की तरह ते निजी दुश्मनों को निजी दुश्मन की तरह नजिठिया, उसकी कीमत भी अदा की। पर कौम का या धर्म का या समाज का लाभा नहीं सिर पर रखे। बड़ी अणख वाली जिंदगी बतीत की है। ये साडी शुरू तो परंपरा है। बाबा बंदा सिंह बहादुर के टाइम तो कदी गुरु के नाल खड़न वालियां सच के पहरा देने वालियां इज्जत नहीं मिली। उन्होंने इज्जत मिलती है तो दसम पातशाह के चरणों च। असीं बाबा फूला सिंह नूं देखते हाँ, शाम सिंह अटारी नूं देखते हाँ, बाबा बंदा सिंह बहादुर नूं देखते हाँ। इन्हां नाल असीं कदी जस्टिस नहीं किया। जदों भी राज मिलता घरां च तुर जाता है, पंथ का तो ना ही हुंदा। तो घुम्मन साहब पंथ दे हो के गए ने
पंथ की वफादारी में अपना 100 साल पूरा करके गए ने। किते बैठो पंथ की गल, किते बैठो पंथ की गल, किते बैठो पंथ की पुरानी कोई गल, मास्टर तारा सिंह की गल जदों भी उन्होंने को आईदा सी, इस तो लाभे कोई गल नहीं सी हुंदी। पर अकाल पुरख सच्चे वाहिगुरू की मर्जी है, साड़ी कौम की पता नहीं ये बर्बादी कदों तक होगी, कदों तक चापलूसां ते चप्पल चट्टां दे ये गुण पैणगे ते कदों परवानियां नूं थां मिलूगी। पर अकाल पुरख सच्चे वाहिगुरू दे अगे अरदास है, सच्चे पातशाह क्षमा ते परवाने सड़ते आ रहे ने, ये उन्हां दी अज्ञानता है या उन्हां दी कुर्बानी सानू नहीं पता, पर नाम परवानियां दा ही रहिंदा है। अकाल पुरख सच्चे वाहिगुरू दे अगे असीं यही अरदास करते हैं, सच्चे पातशाह इहो जिहा जीवन बख्श जिन्हां ने पंथ नाल गदारियां कीतियां, कोई नाल लैके नहीं गया तो ना किसी ने नाल लैके जाना है। वो अपने सिर सुआह पा के गए ने तो सुआह लैके जाएंगे। जेड़े गुरु की हजूरी च सुरखरू होके गए भाई मनी सिंह वर्गे गुरु साहब जी के दर दे वफादार, उन्होंने लोगों ने पूजा तो पूजते रहेंगे, उन्होंने दुनिया ने मान बख्शिया तो बख्शते रहेंगे। ये पंथक असमान या कह लो कि गुरु दसम पातशाह का अकाली बाग, ये थोड़े फुल होंगे ने जोड़े शोभा पाते हैं, जोड़े महक देंगे ने, बाकी दे बाग उजाड़न वाले गल नहीं मिलते हैं, सानू पटवारी बन के राज करते हैं। सो अकाल पुरख सच्चे वाहिगुरू के चरणों च मेरी अरदास है, सच्चे पातशाह घुम्मण साहब नूं अपने चरणों च थां देनी, क्योंकि ये सिद्धांत है, परंपरा है। अकाल पुरख सच्चे वाहिगुरू की हंसा सरवर काल शरीर, जिथे मान सरोवर होणगे उत्थे हंस मिलणगे, जिथे शरीर होणगे उन्हां च मौत दा वसेबा कुदरती ते लाजमी होया करदा है। ये समा आउंदा है ते आउणा ही है। इस वजह करके जदों गुरु नानक साहब फरमाउंदे ने कि जदों कोई बच्ची जवान हो जाती है, आनंद कारज तय होंदा है, वो आनंद कारज के मुताबिक वो साहे चिट्ठी लिखी जाती, साहे लिखे ना चलनी जिंदू को समझाए, वो साहे चिट्ठी आउंदी है तो टलदी नहीं, जिंद वोटी मन वार लै जासी परनाए। तो गुरु साहब का यही हुक्म है कि जिवें बच्चे को सहेलियां सीसा देंदियां ने खुशी के गीत गा के तू सहुरे परिवार में खुश सुखी वसे, तुसीं भी यही असीस देनी है। संबत साहा लिखिया मिलकर पावो तेल, दियो सज्जन असीसरियां जो होवे सहज सुमेल। परमात्मा घुम्मण साहब का अपने चरणों च मेल करे, परिवार की सुरत नूं शब्द आसरा बख्शे अते सानू सारिआं नूं ये नसीहत बख्शे कि सानू मौत याद रहे। भाई साहिब आनंद लाल जी फरमाउंदे ने, तू बंदगी कर तेरे पिछले पाप कटणगे, तू मौत नूं याद रख, अगों पाप नहीं होणगे। बड़ी गंती ना कहा, तो इस करके भी कहा कि असां भी उत्थे जाना जिथे घुम्मण साहब गए ने, सानू भी जाना पैना। इस करके परमात्मा की बंदगी करो, धोखे धड़े ना करो, धड़े अपने ना बनाओ, परमात्मा का गुरु वाला धड़ा ही पक्का करो। तो गुरु साहब जी के ही हुक्म ने असां पे उत्थे जाना जिथे हरबंस साहब हरबंस सिंह जी घुम्मण गए ने, सानू भी जाना पैना, साडे भी भोग पैने ने। इस करके परमात्मा की बंदगी में जुड़ो, अपनी आत्मा को साफ करके सुरत नूं शब्द आसरा दे के ते परमात्मा के नेड़े जाइए, ताकि साडी मौत चंगी आवे, सुखाली आवे, असीं रिड़क रिड़क के ना मरीए। जदों समा आवे उदों अकाल पुरख सच्चे वाहिगुरू की ये जिंद समझ के उसके हवाले करिए। को चुप ली खेमा जी, मैं दसम पातशाह को देखा जिन्हों के 2 बच्चे जदों शहीद हुए, तो उन्होंने इन्ना ज्ञान सी कि मेरे बच्चे नहीं सन, ये तो ना सी संसार का परलोक का। परमात्मा को पता है कि वो अमानत सी, वो अमानत अदा हुई कह के शुक्र कर दे। खबर सरहद से आना वह सुनकर तेरा फरमाना, अमानत ही अदा हुई तेरे इशार के सदके। तेरे परिवार पूरे ने पिए प्याले शहादत के, मेरे सरबंस सानी में तेरे परिवार के सदके। अगर बख्शे कर्म तेरा नाम बख्शे, शिकायत गया तेरे दरार के सदके।
तेरे इनकार के सदके। अकाल पुरख सच्चे वाहिगुरू ने इस परिवार को बड़ा बल बख्शिया। जसवीर सिंह घुम्मण होवे, रणधीर सिंह घुम्मण होवे, इन्हां ने अपने पिता की तरह पंथक प्रणाली में अपनी थां बनाई है। बाकी तो अकाल पुरख सच्चे वाहिगुरू आप किरपा करते हैं, जदों उदों ही आसरे मिलते हैं, लेकिन अपनी जिद नहीं छड्डनी चाहिए। अपना ਜਿਹੜੇ ਚੰਗੇ ਪਾਸੇ ਰੁਝਾਨ ਜਿਹੜਾ ਉਹਨੂੰ ਨਹੀਂ ਛੱਡਣਾ ਚਾਹੀਦਾ। ਭੁੱਲ ਚੁੱਕ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं बेनती करता एडवोकेट करमजीत सिंह जी चंडीगढ़ वाले जो प्रेजिडेंट ने बार एसोसीएशन के पंजाब हरियाणा हिमाचल चंडीगढ़ के, उन्होंने बेनती करांगा कि वो नेड़े आ जान। 10 अगस्त 1982 ਨੂੰ सरदार जसवीर सिंह घुम्मण पुल चुक के लै गए। मेरी ड्यूटी लगी, मैं जो उन्होंने दसिया जाके वो संत लौंगोवाल को कहन लगे, मैं तो जतिंदर तुहाडे नाल, रणधीर ते जसवीर तुहानू चढ़ाते। सो बहुत लंबिया कहानियां ने। मैं हुण बेनती करांगा सरदार भुपिंदर सिंह USA वालियां नूं कि वो 2 मिनट सरदा सत्कार भेंट कर। जुगो जुगा काल धन धन साहिब श्री गुरु ग्रंथ साहिब जी की पवित्र गोद विच साडे बहुत ही सत्कारयोग बुजुर्ग पंथक लीडर सरदार हरबंस सिंह घुम्मण की याद में जुड़ बैठी गुरु रूपी प्यारी साध संगत जी। वाहिगुरू जी का खालसा, वाहिगुरू जी की फतेह। राणा रावना को रहे, रंग न तुंग फकीर, वारी आपो अपनी कोई ना बने तीर। जो आया सो चल सी, सब कोई आए वारी है। खालसा जी मेरे तो पहला वख-वख बुलारियां ने बजुर्गों बारे, घुम्मण साहब बारे, तुहाडे नाल उन्हां दी निजी जिंदगी, उन्हां दी शख्सियत बारे बहुत विस्तारपूर्वक चानना पाया। इस दुनिया के कुछ रूहां आउंदियां ने, वो सिर्फ शख्सियत ही नहीं होंदियां, संस्थावां बन विसरदियां ने और अजिहे पूरने पा के चलियां जांदियां कि जिन्हां ते चलण दी सानूं लोड़ आ। मैं उन्हां दे बारे जड़ियां गल्लां होईयां उन्हां नूं दोहरावांगा ते नहीं, पर छोटी जी घटना जिहड़ी मेरे नाल घटी आ वो तुहाडे नाल जरूर साझी करांगा। और उहदे विचों एक सवाल मैं तुहानूं भी और कौम के रहबरां नूं भी जरूर पूछांगा, क्योंकि मेरे अंदर वो एक सवाल भज्जा ही फिरदा रहिंदा। मेरी पिछले समय तो सरदार जसवीर सिंह घुम्मण नाल जदों दी मुलाकात हुई तो असीं पंथक तौर पर एक दूसरे दे अजिहे नेड़े आए कि दिल दियां गहराइयां तक असीं एक दूजे नूं प्यार करन लग पे। मैं इन्हां नूं कहना कि मैनूं बापू जी के दर्शन करा के लियाओ जा। बड़ा चिर हो गया उन्होंने मिलिया नूं, तो सबब ना बनिया। बापू जी अमृतसर हॉस्पिटल च दाखिल हुए, आ करोने करके मैनू दर्शन करने का सुभाग प्राप्त नहीं होया। पर जिस दिन बापू जी का संस्कार सी, असी संस्कार से आए और मैनू उन्होंने चलो दर्शन करने का मौका मिलिया। तो जदों मैं उन्होंने मूँह वाल वेख रहा सी, ये गल कोई बनौटी नहीं है। मैं घुम्मण दे नाल भी ये अपना विचार साझा किया और तुहाडे नाल भी करदा। ये मेरा सवाल नहीं है, ये मेरे बापू का सवाल है।
मैं की फील करदा, मैं फील करदा उत्थे खलोता सारिया साडियां भैणां, साडियां मातावां, साडियां बेटियां बापू जी के दर्शन कर रही सी ते मैं एक टक बापू जी के मूँह वाल वेख रहा सी ते की फील करदा कि बापू जी मैनू सवाल कर रहे सी कि तुहाडे वर्गे जिहड़े लोग पुत्रा ये सवाल किसी ने किसी नूं नहीं करना ते मेरे भोग दे उत्ते ये सवाल पंथ की जिहड़ी संगत आ उहनूं भी पुछना और पंथ के जिहड़े सिरमौर लीडर आ उन्हां तक भी पहुँचाउणा। असीं जदों गल करदे हां ना 1920 तो शुरू होने असीं जदों गल करदे हां ना अपने बजुर्गों दी कुर्बानियां की गल करदे हां, असीं जदों गल करदे हां ना असीं मोर्चियां की गल करदे हां, असीं खालसा पंथ दीयां जित्तां की गल करदे हां, असीं खालसा पंथ ते आईयां भीड़ां की गल करदे हां, असीं पहुँचते पहुँचते अपनी सिरमौर जथेबंदी श्रोमणी अकाली दल नूं बुलंदियां ते पहुँचा लैंदे हां। पर बापू जी ने जिहड़ा सवाल किया कि जिहड़े बापू जी दे परिवार वर्गे परिवार ने, एक परिवार नहीं, सरदार हरबंस सिंह घुम्मण दा परिवार कल्ला नहीं, जिन्हां दा पिछोकड़ 1920 दे नाल जुड़दा मेरे तो वध जाणदे हो तुसीं, वो इन्ने ज़्यादा परिवार ने जिहड़े गिणे नहीं जा सकते, तो फिर वो तुहाडे वल्लों भी और साडे सिरमौर लीडरां वल्लों भी क्यों अणगौले किए जा रहे हैं, क्यों उन्होंने नुकरे लाया गया, क्यों उन्होंने बिल्कुल हौली हौली करके पिछे हटा दिता गया, ये मैं फील किया। और बापू जी के मूँह वाल जदों वेख के मेरे भी गलेडू निकल गए। मैं कहा बापू जी तुहाडी गल मैं जरूर रखूँगा, मेरा भविख मेरा कैरियर बेशक तबाह हो जाए, बेशक मैनू भी तुहाडे वाली लाइन च लगना पवे। 64-65 साल की मेरी उम्र हो गई है, 10-20 साल हो जीना मैं भी तुहाडे वांगू गुमनाम जिंदगी जी सकता, पर सवाल तुहाडा जरूर करूँगा। सो खालसा जी आपां सारे अंदर अंदर अपने झाती मार के वेखिए भी साड़ी जिहड़ी जथेबंदी आ, साड़ी जिहड़ी श्रोमणी अकाली दल जिहड़ी सिरमौर जथेबंदी है सिखां दी, ओनू असीं साडा की योगदान है, असीं उहदे विच की योगदान पा सकते हैं कि वो बुलंदियां ते पहुंचे। सो मैं होर ज़्यादा कुछ ना कहंदा होया, कल मैं अपने लीडर साहब नूं मजीठिया साहब नूं भी पुछया कि भोग ते जाना, कहते मेरी हाज़री लवा दोगे जरूर, उन्हां दी भी हाज़री कबूल करियो। साडे लीडर साहब सरदार सुखदेव सिंह ढींडसा का फोन आया कि मेरी भी हाज़री लवा दो जे। तुरन लग्या बीबी किरणजोत का फोन भी आया कि मेरी भी हाज़री लवा दो। सो सरदार जसबीर सिंह जी उन्होंने भी हाज़री कबूल करियो। मैं अपने वालों हुण ज़्यादा तो मैं कुछ नहीं बोल सकता, और मेरे जो अंदर से मैं बोल दिता। अपने वालों बापू जी नूं शरदा दे फुल भेंट करदा, और मेरे अंदर एक वो तूफान मचिया फिरदा कि किहड़ी जथेबंदी आखा अपनी, की आखा अपने आप नूं, की समझा अपने आप नूं। मैं उन्होंने शब्दां दे फुल भेंट करता होया एज ए अकाली, सच्चा अकाली, गुरु महाराज सच्चे पातशाह दियां गुरुआं ते उन्हां दे चरणों में बेनती करदा कि उन्होंने अपने चरणों च निवास बख्शण, पिछे परिवार नूं भाणा मनण दा बल बख्शण, सानू सारिआं नूं संगत नूं भी लीडरां नूं भी सानू समर्थ बख्शण कि असीं अपनी जथेबंदी नूं बहुत ही बलपूर्वक बुलंदियां दे पहुंचा सकीए। इन्ना ही बेनतियां करदा कि मैं जाचका। वाहिगुरू जी का खालसा, वाहिगुरू जी की फतेह। सर्वोच्च संस्था
ਜਿਹਦੇ ਤੇ ਸਿੱਖ ਕੌਮ ਮਾਣ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਜਿਹੜੀ ਸਾਰੇ ਸੰਸਾਰ ਦੀ ਇੱਕੋ ਇੱਕ ਧਾਰਮਿਕ ਤੇ ਕਾਨੂੰਨੀ ਸੰਸਥਾ ਹੈ, ਉਹਦੇ ਮੁੱਖ ਸੇਵਾਦਾਰ ਇੱਥੇ ਬਿਰਾਜਮਾਨ ਨੇ। ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਹਰਬੰਸ ਸਿੰਘ ਜੀ ਘੁੰਮਣ ਦੇ ਲਖਤੇ ਜਿਗਰ, ਜੋ ਆਪਣੇ ਬਾਪ ਦੀ ਤਰ੍ਹਾਂ ਪੰਥ ਕੌਮ ਸਿੱਖੀ ਦੇ ਰੰਗ ਵਿੱਚ ਓਤ ਪੋਤ ਨੇ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਆਈਆਂ ਸੰਗਤਾਂ ਦਾ ਅਤੇ ਸੱਜਣਾ ਦਾ ਧੰਨਵਾਦ ਕਰਨ। ਉਹਨਾਂ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ, ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਹ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ। ਆਓ ਜੀ ਘੁੰਮਣ ਸਾਹਿਬ। परम सत्कारयोग साहिब श्री गुरु ग्रंथ साहिब की हजूरी च बैठे मोह माई भाई, साढ़े रिश्तेदार, पंथ दियां महान शख्सियत, ਵੱਖ-ਵੱਖ जथेबंदियां के नुमाइंदे, मेरे को बहुत लंबी लिस्ट हो गई सी। मैं इस करके सब तो पहला टाइम लिया फतेह अर्ज करदा है। फतेह का जवाब दो। वाहिगुरू जी का खालसा, वाहिगुरू जी की फतेह। ਜਦੋਂ कोई ਵੱਡੀ शख्सियत बोल के चले जाती है तो लोगों भी उठन का बहाना मिल जाता है। भाई साहब भाई रणजीत सिंह उन्होंने कितने बहुत जरूरी काम जाना सी तो उन्होंने 2-3 बार मैं सुनेहा भेजा। मैनू लगता सी कि फिर संगत को बिठाना औखा हो जाता है। मैं सब तो पहला ਜਿਹੜੇ ਤੁਸੀਂ ਸਾਡੇ ਕੋਲ ਆ ਸਾਡੇ दुख दर्द ਨੂੰ ਮਿਟਾਉਣ वास्ते हाजिर होए हो, बहुत सारिया शख्सियत जिन्होंने मैं छड़ नहीं सी सकता। भाई मोहब्बत सिंह बैठे ने, भोमा साहब बैठे ने, फेडरेशन के प्रधान कमरचंद सिंह जी बैठे ने, सरदार सतवीर सिंह जी धामी सकत्तर श्रोमणी गुरुद्वारा प्रबंधक बैठे ने, और बहुत सारे सरदार रघबीर सिंह राजस्थान जी बैठे। मैं कले का नाम है 4-5 पेज मेरे को भरते हैं। जी सब तो वध मैनूं सत्कार उन्होंने सिंघां दा जिन्होंने 5 साल कट्टे है। तो वड्डी गिनती के आके साढ़े बापू जी को श्रद्धा के फुल भेंट करना है। मैंने दुख है, मैं टाइम नहीं दे सकिया। साड़ी मैनू 10 साल तो वकालत करने का भी मौका मिले। साड़ी बार एसोसीएशन के प्रधान सरदार VK ढंड श्री VK ढंड जी बैठे ने, उन्होंने बहुत बड़ी टीम उन्होंने साढ़े रिटायर्ड DA साहब सारे इतने बैठे ने, अली साहब बैठे ने। मेरा दिल तो करता है कि सारे सुनिया जाए। किसान यूनियन के नुमाइंदे बैठे ने, ਵੱਖ-ਵੱਖ पार्टियों के कैंडीडेट बैठे ने जो साढ़े हल्के तो चोन लड़ रहे हैं। दिल करता है कि मैं सारे सुना, क्योंकि बापू जी दियां 100 साल दियां प्राप्तियां जड़ियां मेरे को पिछले 8-9 दिन मेरे लगातार लंघे है। 1000-1200 बंदे आते रहे, मनुख आते रहे। तो मैं अज ही सवेरे गल कर रहा सी कि बापू जी को जिन्ने बंदे सानू अफसोस करना है, हर बंदे ने आके कोई नवी गल दसी। ਜਿਹੜਾ भी अकाली दल का कोई नुमाइंदा आया उन्हें अपनी अकाली दल की बात पाई। मैनू हैरानगी हुई, फरीदकोट तो सिंह आया, वो कहता जी मैं ना एक क्लर्क लगना सी, बहुत पुरानी गल है। तो मैं किसी मंत्री को साइन करवाए तो मैनू सैकटरीएट मिल पे। कहते भी मैनू मैं पूछा तू काका मौजूद जिहा लगता क्यों फिरदा? कहता जी बड़े दिन हो गए, महीना हो गया, नौकरी लैनी सी, साइन भी कराए, मंत्री को नौकरी कोई नहीं दिंदा। कहते एप्लीकेशन मैनू पढ़ाया तो कांटा मार के होर लिखते आप एप्लीकेशन। उस वेले देते FCI चो तो बंदा रिटायर होया तो कल आया, कहता मैं पहली बारी तुहाडे बापू जी नौकरी पाउण तो बाद पहली बारी हुण तुहाडे कोल आया। इदां दीयां कहानियां लोगों ने जो सुनाइयां तो मेरा तो मेरे भाई साहब का साडा सिर उच्चा होया है। जिवें मान साहब पहलों कह के गए सी कि लंबे समय दे विच ईमानदारी की जिंदगी जीई, अणख ते इज्जत नाल जीवे, किसी वड्डे सरमायादार की 100 साल दे विच कान नहीं मनी। साडा परिवार इलाके में बागी परिवार वजदा रहा। मैं भी दस्सण से बहुत महसूस करदा है कि 1857 के गदर दे विच बागी फौजां नूं साडे ते वड्डे बाग सीगे,
ਉਹਦੇ ਵਿੱਚ ਸਾਡੇ ਪੜਦਾਦਾ ਜੀ ਨੇ ਰੋਟੀ ਖਵਾਈ। ਪੜਦਾਦਾ ਜੀ ਨੂੰ ਕਤਲ ਹੋਣਾ ਪਿਆ, ਸਰਕਾਰ ਵੱਲੋਂ ਕਤਲ ਕਰ ਦਿੱਤੇ ਗਏ ਤੇ ਸਾਡੀ 300 ਏਕੜ ਜ਼ਮੀਨ ਜਿਹੜੀ ਉਸ ਵੇਲੇ ਕੁਰ ਕਰ ਲਈ ਗਈ। ਉਹ ਅੱਜ ਤੱਕ ਸਾਡੇ ਕੋਲੇ ਵਾਪਸ ਨਹੀਂ ਆਈ। ਮੈਨੂੰ ਇਹ ਵੀ ਮਾਣ ਹੈ ਕਿ ਜਦੋਂ ਸਾਡੇ ਜ਼ਿਲ੍ਹੇ ਦਾ ਫਖਰ ਭਾਈ ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਗੱਡੀ ਚੜਾਉਂਦਾ ਹੈ ਤੇ ਸਭ ਤੋਂ ਪਹਿਲਾਂ ਜੇ ਕਿਸੇ ਬੰਦੇ ਨੇ ਉਹਦੀ ਮੁਲਾਕਾਤ ਕੀਤੀ ਹੈ, ਜੇ ਕਿਸੇ ਨੇ ਵਕੀਲ ਨੂੰ ਸੋਢੀ ਸਾਹਿਬ ਨੂੰ ਰੁਪਈਆ ਲੱਖ ਦਿੱਤਾ ਤੇ ਮੇਰੀ ਮਾਂ ਦੇ ਗਹਿਣੇ ਵੇਚ ਕੇ ਦਿੱਤੇ ਗਏ। ਮੈਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ ਅਸੀਂ ਪੰਥਕ ਪਰਿਵਾਰ ਹਾਂ। ਜਿੰਨੇ ਸਾਲ ਮੈਂ ਪੰਥ ਵਿੱਚ ਲਾਏ ਆ, 45 ਸਾਲ ਮੈਨੂੰ ਹੋ ਗਏ ਤੁਰੇ ਨੂੰ, ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕੋ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਜਿੰਨੇ ਵੀ ਤੁਸੀਂ ਆਏ ਹੋ ਕਿ ਸਾਨੂੰ ਆਪਣੇ ਪਿਤਾ ਦੇ ਪੱਗ ਚਰਨਾਂ ਤੇ ਚੱਲਣ ਦਾ ਬਲ ਬਖਸ਼ੇ। ਤੁਹਾਡੀ ਅਰਦਾਸ ਸਾਨੂੰ ਲੱਗੇ, ਅਸੀਂ ਕਿਰਪਾ ਤੁਹਾਡੀ ਹੋਵੇ, ਅਸੀਂ ਉਹਨਾਂ ਦਾ ਚਿੰਨ੍ਹਾਂ ਤੇ ਚੱਲਦੇ ਹੋਏ ਆਪਣੇ ਪੰਥ ਦੀ ਸੇਵਾ ਕਰ ਸਕੀਏ ਜਿੰਨੀ ਵੱਧ ਤੋਂ ਵੱਧ ਹੋ ਸਕੇ। ਮੈਂ ਤੁਹਾਡਾ ਸਾਰਿਆਂ ਦਾ, ਜਿੰਨੇ ਤੁਸੀਂ ਇੱਥੇ ਆਏ ਹੋ, ਖਾਸ ਤੌਰ ਤੇ ਜੋਧਪੁਰ ਵਾਲੇ ਸਿੰਘ ਸਰਦਾਰ ਸੁਖਬੀਰ ਸਿੰਘ ਜੀ ਵਾਲਾ ਸਾਡੇ ਕੋਲੇ ਬੈਠੇ ਨੇ, ਮੈਂ ਵੇਖਿਆ ਹੀ ਹੋਣੇ ਇਹਨਾਂ ਨੂੰ ਬੈਠਿਆਂ ਨੂੰ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਸਰਦਾਰ ਕੁਲਦੀਪ ਸਿੰਘ ਕਾਹਲੋਂ ਬੈਠੇ ਨੇ, ਸਾਡੇ ਇੱਥੇ ਕੈਂਡੀਡੇਟ ਨੇ ਹਲਕੇ ਤੋਂ। ਬਾਪੂ ਸਾਡੇ ਬਾਪੂ ਜੀ ਦੇ ਦੋਸਤ ਹੈ ਹਰਚਰਨ ਸਿੰਘ ਹੋਣੀ, ਉਹ ਬੈਠੇ ਨੇ। ਮੈਂ ਜਦੋਂ ਝਾਤੀ ਮਾਰਦਾ ਸਰਦਾਰ ਪ੍ਰਤਾਪ ਸਿੰਘ ਹੋਣੀ ਜਿਹੜੇ ਬਹੁਤ ਸਾਰੇ ਜੋਧਪੁਰ ਵਾਲੇ ਸਿੰਘਾਂ ਦੀ ਸੇਵਾ ਕੀਤੀ। ਜਦੋਂ ਬਾਪੂ ਜੀ ਜਾਂਦੇ ਸੀ ਜੋਧਪੁਰ ਤੇ ਗੰਗਾ ਨਗਰ ਮੈਨੇਜਰ ਸਾਨੂੰ ਉਸ ਵੇਲੇ ਪੰਜਾਬ ਐਂਡ ਸਿੰਧ ਬੈਂਕ ਦੇ, ਤੇ ਜਦੋਂ ਇੱਥੋਂ ਤੁਰਦੇ ਸੀ ਤੇ ਨਾਲ ਲੈ ਕੇ ਗੰਗਾ ਨਗਰ ਤੱਕ ਹੀ ਲੈ ਜਾਂਦੇ ਸੀ ਉਹਨਾਂ ਨੂੰ, ਅੱਗੋਂ ਬੱਸੇ ਚੜਾ ਦਿੰਦੇ ਸੀ। ਤੇ ਮੈਨੂੰ ਮਾਣ ਹੈ ਕਿ ਉਹਨਾਂ ਨੇ ਗਰੀਬੀ ਦੇ ਵਿੱਚ ਵੀ ਕਿਸੇ ਦੀ ਕਾਣ ਨਹੀਂ ਮੰਨੀ। ਅਸੀਂ ਬਹੁਤ ਅਮੀਰ ਪਰਿਵਾਰ ਨਹੀਂ, ਗਰੀਬ ਪਰਿਵਾਰ ਹੈ। ਤੁਹਾਡੀਆਂ ਅਸੀਸਾਂ ਨਾਲ ਬਹੁਤ ਵੱਡੇ ਹੋਏ ਆ। ਮੈਨੂੰ ਅਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਦੇ ਰਹੇ। ਜਦੋਂ ਲੋਕ ਆ ਕੇ ਕਹਾਣੀਆਂ ਪਾਉਂਦੇ ਰਹੇ 100 ਸਾਲ ਦੀਆਂ, ਤੇ ਮੈਂ ਸਮਝਿਆ ਮੈਂ ਬਹੁਤ ਸਾਰੇ ਲੀਡਰਾਂ ਨਾਲੋਂ ਵੱਡਾ ਹੋ ਗਿਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਬੈਠੇ ਆ। ਮੈਂ ਉਹਨਾਂ ਸਾਰਿਆਂ ਵੱਲੋਂ ਬਾਪੂ ਜੀ ਨੇ, ਜਿਵੇਂ ਤੁਹਾਨੂੰ ਤੁਸੀਂ ਸਾਰਿਆਂ ਨੂੰ ਦੱਸਿਆ ਕਿ ਬਾਪੂ ਜੀ 25 ਕਿਲੋਮੀਟਰ ਇੱਥੋਂ ਤੁਰ ਕੇ, ਤੋਗਲਵਾਲਾ ਸਾਡੇ ਪਿੰਡ ਤੋਂ 25 ਕਿਲੋਮੀਟਰ ਹੈ। ਉਸ ਵੇਲੇ 25 ਕਿਲੋਮੀਟਰ ਤੁਰ ਕੇ ਪੜ੍ਹਨ ਜਾਂਦੇ ਰਹੇ। ਅੱਜ ਇਹ ਸੋਚਣਾ ਵੀ ਬੜੀ ਔਖੀ ਹੈ। ਅਸੀਂ ਆਪਣੀ ਇੱਕ ਭਤੀਜੀ ਉੱਥੇ ਪਾਤੀ ਬਾਪੂ ਜੀ ਦੇ ਕਹਿਣ ਤੇ ਜਦੋਂ ਉਹਨੂੰ ਲੈਣ ਜਾਣਾ ਹੁੰਦਾ ਜੀ ਤਾਂ ਸਾਰੇ ਭਰਾਵਾਂ ਦਾ ਲੜਾਈ ਦੀ ਪੈਂਦੀ ਵੀ ਤੂੰ ਜਾ ਕੇ ਗੱਡੀ ਤੇ ਲਿਆ ਆਉਂਦਾ। ਤੇ ਮੈਂ ਸਮਝਦਾ ਵੀ ਉਸ ਵੇਲੇ ਦੀ ਮਿਹਨਤ ਜਿਹੜੀ ਹੈ 25 ਕਿਲੋਮੀਟਰ ਤੁਰ ਕੇ ਜਾਣਾ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਟਾਪਰ ਹੋਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਮਿਸ਼ਨਰੀ ਕਾਲਜ ਦੇ ਟਾਪਰ ਹੋਣਾ, ਉਹ ਉਹਨਾਂ ਦੇ ਹਿੱਸੇ ਆਇਆ ਸੀ। ਉਸ ਵਿਦਵਾਨ ਨੂੰ ਤੁਸੀਂ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹੋ। ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ, ਕਿਉਂਕਿ ਜਿੱਡਾ ਵੱਡਾ ਮਾਣ ਤੁਸੀਂ ਸਾਨੂੰ ਬਖਸ਼ਿਆ, ਸਾਨੂੰ ਬਹੁਤ ਵੱਡਾ ਹੌਸਲਾ ਮਿਲਿਆ ਹੈ ਕਿ ਅਸੀਂ ਪੰਥ ਦੀ ਸੇਵਾ ਕਰਨ ਵਾਸਤੇ ਅੱਗੇ ਰਹੀਏ। ਮੈਂ ਇੱਕ ਨਿੱਕੀ ਜਿਹੀ ਘਟਨਾ ਹੋਰ ਸੁਣਾਉਣੀ ਚਾਹੁੰਦਾ। ਅਸੀਂ ਪੰਥ ਤੋਂ ਮਜੂਸ ਹੋ ਗਏ ਪਿਛਲੇ 10 ਸਾਲ ਪਹਿਲਾਂ, ਬਹੁਤ ਮਜੂਸ ਹੋ ਗਏ ਅਸੀਂ ਦੋਵੇਂ ਭਰਾ। ਇੱਕ ਸੇਵਾ ਜ਼ਿਆਦਾ ਕੀਤੀ ਹੈ ਤੇ ਲਾਗੇ ਕੋਈ ਲਾਉਂਦਾ ਨਹੀਂ। ਅਸੀਂ ਦੋਨੋਂ ਬੈਠ ਕੇ ਵਿਹੜੇ ਸਲਾਹ ਕਰੀ ਜਾਈਏ, 2 ਘੰਟੇ ਬੈਠੇ ਰਹੇ। ਉਹ ਸਾਹਮਣੇ ਬਾਹਰ ਪੜ੍ਹਦੇ ਸੀ, ਉਹਨਾਂ ਨੇ ਸਾਨੂੰ ਦੋਨਾਂ ਨੂੰ ਬੁਲਾ ਲਿਆ, ਕਹਿੰਦੇ ਗੱਲ ਕੀ ਹੈ? ਮੈਂ ਕਿਹਾ ਸਾਡਾ ਤਾਂ ਹੁਣ ਜੀ ਕਰਨ ਲੱਗ ਗਿਆ ਵੀ ਅਸੀਂ ਕਾਂਗਰਸ ਚਲੇ ਜਾਈਏ, ਸਾਡਾ ਵਾਰਾ ਨਹੀਂ ਖਾਂਦਾ ਇੱਥੇ। ਮੈਨੂੰ ਸੱਦ ਕੇ ਕਹਿੰਦੇ ਜੱਫੀ ਪਾ ਕੇ ਕਹਿੰਦੇ ਬਹੁਤ ਜਿੱਦਣ ਮੈਂ ਮਰ ਗਿਆ ਉਦੋਂ ਜੋ ਮਰਜ਼ੀ ਕਰ ਲਿਓ, ਉਹਨਾਂ ਚਿਰ ਨਾ ਜਾਏ। ਇਹ ਬੜੀ ਵੱਡੀ ਸਾਨੂੰ ਤਸੱਲੀ ਸੀ ਉਸ ਵੇਲੇ। ਤੇ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਫਖਰ ਮਹਿਸੂਸ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਤੁਸੀਂ ਸਾਨੂੰ ਹੌਸਲਾ ਦਿੱਤਾ ਹੈ। ਤੁਹਾਡਾ ਹੌਸਲਾ ਜਿਹੜਾ ਉਹ ਸਾਡੇ ਸਿਰ ਮੱਥੇ ਤੇ, ਤੁਹਾਡਾ ਇੱਕ ਇੱਕ ਕਦਮ ਜਿਹੜਾ ਸਾਡੇ ਤੇ ਅਸੀਂ ਸਮਝਦੇ ਹਾਂ ਕਿ ਮੁਬਾਰਕ ਹੈ ਤੁਹਾਡਾ ਇੱਕ ਇੱਕ ਕਦਮ ਤੁਸੀਂ ਜਿਹੜਾ ਚੱਲ ਕੇ ਆਏ ਹੋ, ਸਾਨੂੰ ਹੌਸਲਾ ਦੇਣ ਆਏ ਹੋ। ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਜਿੱਦਾਂ ਤੁਸੀਂ ਸਾਨੂੰ ਪਿਆਰ ਦਿੱਤਾ ਹੈ, ਇਸ ਤਰ੍ਹਾਂ ਸਾਡੀ ਰਹਿੰਦੀ ਜ਼ਿੰਦਗੀ ਵਿੱਚ ਸਾਨੂੰ ਪਿਆਰ ਦਿੰਦੇ ਰਹੋਗੇ। ਮੈਂ ਹੁਣ ਬੇਨਤੀ ਕਰਦਾ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਮੇਰੇ ਬਹੁਤ ਮਿੱਤਰ ਨੇ। ਅੱਜ ਉਹਨਾਂ ਕੋਲ ਬਹੁਤ ਵੱਡਾ ਅਹੁਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਹੋ ਸਕਦਾ ਹੋਰ ਕੋਈ ਪ੍ਰਧਾਨ ਹੁੰਦਾ ਤਾਂ ਸਾਡੇ ਫੰਕਸ਼ਨ ਤੇ ਨਾ ਆਉਂਦਾ। ਮੈਂ ਇਹਨਾਂ ਨੂੰ ਉਸ ਦਿਨ ਫੋਨ ਕੀਤਾ, ਕਹਿੰਦੇ ਬਹੁਤ ਰੁਝੇਵੇਂ ਆ ਤੇ ਭੋਗ ਤੇ ਮੈਂ ਜ਼ਰੂਰ ਆਊਂਗਾ। ਇਹਨਾਂ ਦੇ ਆਉਣ ਦਾ ਵੀ ਧੰਨਵਾਦ ਕਰਦਾ ਤੇ ਬੇਨਤੀ ਵੀ ਇਹਨਾਂ ਨੂੰ ਕਰਦਾ ਕਿ ਥੋੜੇ ਮਿੰਟ ਹੋਰ ਨੇ, ਸਾਰੀ ਸੰਗਤ ਬੜੇ ਟੁਕਾ ਦੇ ਨਾਲ ਇਹਨਾਂ ਦੇ ਵਿਚਾਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ 100 ਸਾਲ ਆਪਣੀ ਜ਼ਿੰਦਗੀ ਦਾ ਇੱਥੇ ਬਤੀਤ ਕੀਤਾ, ਉਹਨਾਂ ਦੇ ਦੁਸਹਿਰੇ ਵਿੱਚ ਜੋੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਪੰਥ ਦੀ
ਰੀਤ ਅਨੁਸਾਰ ਸਤਿਗੁਰੂ ਜੀ ਦੇ ਸਨਮੁਖ ਪਵਿੱਤਰ ਗੁਰਬਾਣੀ ਦੇ ਭੋਗਾਂ ਤੋਂ ਬਾਅਦ ਭਾਈ ਜਸਵੰਤ ਸਿੰਘ ਜੀ ਨੇ ਬਹੁਤ ਹੀ ਵਿਰਾਗਮਈ ਕੀਰਤਨ ਕਰਕੇ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਔਰ ਗੁਰੂ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਸਾਨੂੰ ਸਾਰਾ ਕੁਝ ਇਸ ਜੀਵਨ ਜਿਉਣ ਦਾ ਢੰਗ ਦੱਸਦੀ ਆ, ਪਰ ਕੁਛ ਜ਼ਿੰਦਗੀ ਦਾ ਬੰਦ ਕਈ ਮੁਕਾ ਜਾਂਦੇ, ਕਈ ਵਿੱਚ ਅਧਵਾਟੇ ਰਹਿ ਜਾਂਦੇ। ਤੇ ਮੈਂ ਸਮਝਦਾ ਸਤਿਕਾਰਯੋਗ ਸਰਦਾਰ ਹਰਵੰਸ ਸਿੰਘ ਜੀ ਘੁੰਮਣ ਸੇਵਕੀ ਔਰ ਤੇ ਨਿਮੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਇਹ ਜਿਹੜਾ ਚਲਤੇ ਰੱਖਿਓ ਚੀਤ ਇਹ ਕਿਸੇ ਬਿਰਲੇ ਦੇ ਹਿੱਸੇ ਆਉਂਦਾ। ਕਈ ਵਾਰੀ ਆਪਾਂ ਆਪਣੇ ਗੁਰਮਤਿ ਦੇ ਪੰਥ ਤੋਂ ਉਖੜ ਜਾਂਦੇ ਹਾਂ, ਪਰ ਬਾਪੂ ਜੀ, ਬਾਪੂ ਹਰਵੰਸ ਸਿੰਘ ਜੀ, ਕਿਉਂਕਿ ਮੈਂ ਆਪਣੇ ਵੀਰ ਸਰਦਾਰ ਜਸਵੀਰ ਸਿੰਘ ਘੁੰਮਣ ਨੂੰ ਵੀ ਬੇਨਤੀ ਕਰੂੰਗਾ, ਜਿਹੜਾ ਪਰਿਵਾਰ 84 ਤੋਂ ਪਹਿਲਾਂ ਹਰਿਆਵਲ ਪਰਿਵਾਰ ਜਿਹੜਾ ਸੀ, ਹਰਿਆਵਲ ਦਸਤਾ, ਕਿਉਂਕਿ ਬਾਕੀ ਪਿੰਡ ਬਾਅਦ 'ਚ ਬਣਿਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਹੋਣਾ 84 ਤੋਂ ਪਹਿਲਾਂ ਇੱਕ ਬੜਾ ਵੱਡਾ ਮਾਣ ਹੁੰਦਾ ਸੀ। ਮੇਰੇ ਵੀਰ ਸਰਦਾਰ ਪੂਰਨ ਸਿੰਘ ਹੁੰਦਲ ਜਿਨ੍ਹਾਂ ਨੇ ਉਦੋਂ ਡਿਸਟ੍ਰਿਕਟ ਅਟਾਰਨੀ ਦੀ ਪੋਸਟ ਛੱਡ ਕੇ ਇਸ ਹਰਿਆਵਲ ਦਸਤੇ ਨੂੰ ਲੀਗਲ ਅਸਿਸਟੈਂਸ ਦਿੱਤੀ। ਤੇ ਮੈਂ ਸਮਝਦਾ ਬਾਪੂ ਹਰਵੰਸ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਆ ਜਿਹੜੇ ਹੁਣੇ ਦੱਸ ਰਹੇ ਸੀ ਨਾ, ਸਿੱਖ ਮਿਸ਼ਨਰੀ ਸ਼ਹੀਦ ਕਾਲਜ ਜਿੱਥੋਂ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ, ਜਿੱਥੇ ਮਾਸਟਰ ਤਾਰਾ ਸਿੰਘ ਜੀ ਦਾ ਆਪ ਵੀ ਰਹਿਣ ਬਸੇਰਾ ਹੁੰਦਾ ਸੀ, ਉੱਥੇ ਜ਼ਿਆਦਾ ਕਰਕੇ ਰਹਿੰਦੇ ਸੀ। ਤੇ ਪੰਥਕ ਜਜ਼ਬਾ ਕੁੱਟ-ਕੁੱਟ ਕੇ ਉਹਨਾਂ ਸਾਡੇ ਪੁਰਾਣੇ ਸਰੀਰਾਂ ਦੇ ਵਿੱਚ ਭਰਿਆ ਸੀ, ਜਿਹੜੇ ਸਿਦਕ ਦੇ ਪੱਕੇ ਸੀ ਔਰ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜਿਉਂਦੇ ਸੀ। ਬਾਪੂ ਜੀ ਦੀ ਜ਼ਿੰਦਗੀ ਤੇ ਮੈਂ ਤਾਂ ਘੁੰਮਣ ਸਾਹਿਬ ਨੂੰ ਕਹੂੰਗਾ ਕਿ ਇੱਕ ਕਿਤਾਬਚਾ ਵੀ ਜ਼ਰੂਰ ਲਿਖਣਾ ਚਾਹੀਦਾ। ਆ ਥੋੜ੍ਹੇ ਕੁ ਦਿਨ ਹੋਏ ਆਤਮਾ ਸਿੰਘ ਜੀ ਉਹਨਾਂ ਦਾ ਇੱਕ ਕਿਤਾਬਚਾ ਲਿਖਿਆ ਭਾਈ ਹਰਵਿੰਦਰ ਸਿੰਘ ਨੇ, ਕਿਉਂਕਿ ਇਹ ਇੱਕ ਪ੍ਰੇਰਨਾ ਹੁੰਦੀ ਆ ਵੱਖ-ਵੱਖ ਮਨੁੱਖਾਂ ਨਾਲ ਜਿਹੜਾ ਬਿਤਾਇਆ ਸਮਾਂ ਤੇ ਪੰਥਕ ਰਹਿਣੀ ਦੇ ਵਿੱਚ ਰਹਿ ਕੇ ਜਿਉਣਾ ਸਾਖਸ਼ੀ ਰਹਿਣੀ ਤਾਂ ਸਾਰੇ ਮਨੁੱਖ ਜਿਉਂਦੇ ਆਪਣੇ ਤੌਰ ਤੇ, ਪੰਥਕ ਰਹਿਣੀ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ, ਇਹ ਪੁਰਾਣੇ ਸਰੀਰਾਂ ਦੇ ਹਿੱਸੇ ਆਇਆ। ਅੱਜ ਜੇ ਆਪਾਂ ਦੇਖਦੇ ਹਾਂ ਸਵੇਰਾ ਜੇਲੇ ਹੁੰਦਾ ਕਿੱਥੇ ਹੁੰਦੇ, ਦੁਪਹਿਰੇ ਕਿਤੇ, ਤਕਾਲਾਂ ਨੂੰ ਕਿਤੇ, ਪਰ ਇਹਨਾਂ ਨੇ ਜਿਉਂ ਪੰਥ ਦਾ ਪੱਲਾ ਫੜਿਆ। ਬਾਪੂ ਜੀ ਦੇਖੋ ਕਿੱਡੀ ਵੱਡੀ ਵਿਦਵਤਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਗੋਲਡ ਮੈਡਲਿਸਟ ਹੋਣਾ, ਨਹੀਂ ਤਾਂ ਜਿਉਂ ਕਰਦਾ ਫਿਰ ਵੀ ਮੈਂ ਵੱਡੀ ਆਬਾਦੀ ਵੀ ਪ੍ਰਾਪਤ ਕਰ ਲਵਾਂ ਇਸ ਸਮਾਜ ਦੇ ਵਿੱਚ ਐਜੂਕੇਸ਼ਨ ਦੇ ਤੌਰ ਤੇ। ਤੇ ਮੈਂ ਸਮਝਦਾ IAS IPS ਵੀ ਹੋ ਸਕਦੇ ਸੀ, ਪਰ ਪੱਲਾ ਫੜਿਆ ਪੰਥ ਦਾ, ਫੜ ਕੇ ਪੱਲਾ ਛੱਡਿਆ ਨਹੀਂ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ, MLA ਵੀ ਰਹੇ, ਪਰ ਜਿਹੜਾ ਜੀਵਨ ਗੁਰਮਤਿ ਦਾ ਸੀ ਉਹਨੂੰ ਤਿਆਗਿਆ ਨਹੀਂ। ਕਈ ਵਾਰੀ ਅਸੀਂ ਰਾਜ ਸੱਤਾ ਦੇ ਵਿੱਚ ਵੀ ਜਾਂ ਉਵੇਂ ਵੀ ਕੁਝ ਪ੍ਰਾਪਤੀ ਹੋ ਜਾਵੇ ਤਾਂ ਗੁਰੂ ਨੂੰ ਤਜਾਂਜਲੀ ਦੇ ਕੇ ਲਾਂਭੇ ਹੋ ਜਾਂਦੇ ਆ, ਕਿਉਂਕਿ ਬਾਪੂ ਜੀ ਦੀ ਆਪ ਇੱਕ ਮਿਸਾਲ ਸੀ। ਤੇ ਮੇਰਾ ਵੀਰ ਸਰਦਾਰ ਜਸਵੀਰ ਸਿੰਘ ਘੁੰਮਣ, ਸਰਦਾਰ ਹਰਜੀਤ ਸਿੰਘ ਜੀ ਘੁੰਮਣ, ਦੋਵਾਂ ਦਾ ਜੋਧਪੁਰ ਦੀ ਜੇਲ੍ਹ ਦੇ ਵਿੱਚ ਕੈਦ ਹੋਣਾ ਤੇ ਬਾਪੂ ਜੀ ਦਾ ਸਤਵੀਰ ਸਿੰਘ ਬੈਠੇ ਸਾਡਾ ਸਕੱਤਰ ਸੀ, ਜਿਨ੍ਹਾਂ ਨੇ ਪੈਰਵਾਈ ਕੀਤੀ। ਉਦੋਂ 5 ਸਾਲ ਲਗਾਤਾਰ ਪੈਰਵਾਈ ਵੀ ਕੀਤੀ। ਇਹਨੇ ਘਰ ਬੈਠੇ ਰਹਿਣੇ ਤਾਂ ਘਰ ਦੇ ਵਿੱਚ ਬੜਾ ਫਿਰ ਹੋ ਜਾਂਦਾ ਦੁੱਖ ਦਾ ਕਾਰਨ ਵੀ ਦੋਏ ਬੱਚੇ ਨੌਜਵਾਨ, ਦੋਏ ਜੇਲ੍ਹ 'ਚ। ਤੇ ਬਾਪੂ ਜੀ ਨੇ ਬਾਕੀ ਬੱਚਿਆਂ ਨੂੰ ਵੀ ਆਪਣੇ ਬੱਚੇ ਸਮਝ ਕੇ, ਜਿਵੇਂ ਹੁੰਦਲ ਸਾਹਿਬ ਦੱਸ ਰਹੇ ਸੀ, ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਉਹਨਾਂ ਨੂੰ ਆਪਣੇ ਘਰਾਂ ਦੇ ਮੁੜ ਕੇ ਵਸਾਉਣ ਦਾ ਬੜਾ ਵੱਡਾ ਜਿਹੜਾ ਉਹਨਾਂ ਦਾ ਇਸ ਜ਼ਿੰਦਗੀ ਦਾ ਹਿੱਸਾ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ। ਇਹ ਜਿਹੜੇ ਦੋਏ ਵੀਰ ਸਾਡੇ ਸਰਦਾਰ ਜਸਵੀਰ ਸਿੰਘ ਘੁੰਮਣ, ਅਸੋਲ ਸਾਹਿਬ ਬੈਠੇ, ਭੋਮਾ ਸਾਹਿਬ, ਕਾਲੋ ਸਾਹਿਬ, ਸਾਰੇ ਬੈਠੇ, ਭਾਈ ਮਨਜੀਤ ਸਿੰਘ ਉਹਨਾਂ ਦੇ ਸਪੁੱਤਰ ਹੋਣਹਾਰ ਬੈਠੇ ਆ। ਇਹ ਪੁਰਾਣਾ ਫੈਡਰੇਸ਼ਨ ਦਾ ਜਿਹੜਾ ਮੋਹ ਆ ਉਹ ਤਿਆਗ ਨਹੀਂ ਹੁੰਦਾ। ਜਿਨ੍ਹਾਂ ਨੇ 84 ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਫੈਡਰੇਸ਼ਨ ਦੇ ਵਿੱਚ ਥੋੜਾ ਵੀ ਆਪਣਾ ਹਿੱਸਾ ਪਾਇਆ, ਉਹ ਆਪਣਾ ਮੋਹ ਉਵੇਂ ਬਰਕਰਾਰ ਰੱਖਦੇ ਆ। ਨਹੀਂ ਤਾਂ ਈਰਖਾ ਬਸ ਬਹੁਤ ਕੁਝ ਅੱਜ ਕੱਲ੍ਹ ਦੇਖਿਆ ਜਾ ਸਕਦਾ। ਮੈਂ ਜਿੱਥੇ ਇਹਨਾਂ ਨੂੰ ਅੱਜ ਦੇ ਇਸ ਅੰਤਮ ਅਰਦਾਸ ਦੇ ਵਿੱਚ ਗੁਰੂ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਬਹੁਤ ਸਾਰੇ ਮੈਂਬਰ ਸਾਹਿਬਾਨ ਵੀ ਸ਼ਰੋਭਤ ਆ। ਗੋਰਾ ਜੀ ਸਾਡੇ ਐਗਜ਼ੈਕਟਿਵ ਦੇ ਮੈਂਬਰ,
ਅਮਰੀਕ ਸਿੰਘ ਸ਼ਾਹਪੁਰ ਪਹਿਲਾਂ ਪਿਛਲੇ ਸਾਲ ਮੇਰੇ ਨਾਲ ਡਾਇਰੈਕਟਰ ਦੇ ਮੈਂਬਰ ਸੀ, ਧਰਮ ਪ੍ਰਚਾਰ ਦੇ ਸਾਡੇ ਮੈਂਬਰ ਰਹੇ। ਇਹਨਾਂ ਦੀ ਵਾਈਫ ਵੀ ਸਾਡੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਆ। ਸਾਰਿਆਂ ਵੱਲੋਂ ਜਿੱਥੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਇਹ ਵੀ ਕਾਮਨਾ ਕਰਦਾ ਸਤਿਗੁਰ ਜੀ ਜਿਹੜਾ ਜਜ਼ਬਾ ਭਰਪੂਰ ਪੰਥ ਨਾਲ ਰੰਗੀ ਰੂਹ ਰੰਗਲੇ ਸੱਜਣ ਟੌੜਾ ਸਾਹਿਬ ਕਹਿੰਦੇ ਹੁੰਦੇ ਸੀ, ਰੰਗਲੇ ਸੱਜਣ ਉਹ ਹੁੰਦੇ ਜਿਹੜੇ ਗੁਰੂ ਦੀ ਰੰਗਤ 'ਚ ਰੰਗੇ ਜਾਣ, ਜਿਹੜਾ ਸਾਰਾ ਕੁਝ ਨਿਸ਼ਾਵਰ ਕਰਨ, ਅੰਮ੍ਰਿਤ ਵੇਲੇ ਦਾ ਉੱਠਣਾ ਗੁਰੂ ਆਸ਼ੇ ਅਨੁਸਾਰ, ਗੁਰ ਕੀ ਬਾਣੀ ਦਾ ਫਿਰ ਨਿਤਨੇਮ ਸਿਮਰਨ ਤੇ ਜ਼ਿੰਦਗੀ ਦੇ ਵਿੱਚ ਫਿਰ ਦਸਾਂ ਨੌਹਾਂ ਦੀ ਕਿਰਤ, ਸ਼ਾਮ ਨੂੰ ਸੋਦਰ ਸੋਹਿਲਾ ਕਰਕੇ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਨੂੰ ਜਿਉਣਾ। ਇਹ ਮੈਂ ਸਮਝਦਾ ਘੁੰਮਣ ਸਾਹਿਬ ਵਰਗਿਆਂ ਉਹ ਅਚੇਚੀਆਂ ਰੂਹਾਂ ਦੇ ਹਿੱਸੇ ਹੀ ਆਉਂਦਾ। ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਮੈਨੂੰ ਘੁੰਮਣ ਸਾਹਿਬ ਅਹਿਸਾਸ ਵੀ ਕਰਵਾ ਰਹੇ ਸੀ, ਕਿਉਂਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੀ ਆਮ ਅਸੀਂ ਸਿੱਖ ਅਜਾਇਬ ਘਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਉਹ ਤਸਵੀਰਾਂ ਦਾ ਸੁਸ਼ੋਭਿਤ ਕਰਦੇ ਹਾਂ। ਦੂਸਰੀ ਮੈਂ ਬੈਠ ਕੇ ਇਹਨਾਂ ਨਾਲ ਸਲਾਹ ਕਰ ਲੂੰਗਾ ਉਹ ਐਵੇਂ ਸਦੀਵ ਯਾਦਗਾਰ ਬਣਾਈਏ, ਕਿਉਂ ਛੋਟੀਆਂ ਕਈ ਵਾਰੀ ਮੈਂ ਇੱਥੇ ਬੋਲ ਜਾਵਾਂ ਫਿਰ ਮੁੜ ਕੇ ਉਹ ਛੋਟੀ ਰਹਿ ਜਾਂਦੀ ਗੱਲ, ਕਿਉਂਕਿ ਉਹਨਾਂ ਨੇ ਪੰਥਕ ਭਰਪੂਰ ਜੀਵਨ ਉਸ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨਾਲ ਬਤੀਤ ਕੀਤਾ ਜੇ ਤੇ ਲੋਕ ਫਕਰ ਕਰਦੇ ਆ। ਸੋ 40 ਸਾਲ ਮੁਮਤਾਜ਼ ਬਾਦਸ਼ਾਹ ਸਿੱਖ ਪੰਥ ਦੇ ਰਹੇ ਆ। ਸੋ ਉਹਨਾਂ ਦੀ ਸੰਗਤ ਕੀਤੀ ਉਹਨੇ ਤੇ ਮੈਂ ਇਹਨਾਂ ਨਾਲ ਬੈਠ ਕੇ ਸਲਾਹ ਕਰਕੇ ਦੋਹਾਂ ਆਪਣੇ ਭਰਾਵਾਂ ਦੇ ਨਾਲ ਫਿਰ ਉਹਨਾਂ ਦੇ ਬਾਰੇ ਜਿਹੜਾ ਵੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਹੋਊਗਾ ਹਿੱਸਾ ਉਹ ਜ਼ਰੂਰ ਪਾਵਾਂਗੇ। ਸੋ ਮੈਂ ਅੰਤ ਦੇ ਵਿੱਚ ਫਿਰ ਜਿੱਥੇ ਬਾਪੂ ਜੀ ਦੇ ਪਰਥਾਏ ਅੱਜ ਆਪਾਂ ਅੰਤਮ ਅਰਦਾਸ ਪਹਿਲਾਂ ਕਰ ਵੀ ਚੁੱਕੇ ਹਾਂ, ਹੁਣ ਵੀ ਸੰਗਤ ਦੀ ਅਰਦਾਸ ਕਰਨੀ ਆ। ਗੁਰੂ ਸਾਹਿਬ ਦੀ ਕਿਰਪਾ ਕਰਿਓ, ਬਖਸ਼ਿਸ਼ ਕਰਿਓ। ਪਰਿਵਾਰ ਦੇ ਵਿੱਚ 100 ਸਾਲ ਭਾਵੇਂ ਹੋ ਗਏ, ਪਰ ਮੈਂ ਆਪ ਮਹਿਸੂਸ ਕਰਦਾ ਕਿ ਇੱਕ ਚੌਂਕੀਦਾਰਾ, ਇੱਕ ਪਰਿਵਾਰ ਦਾ ਵੱਡਾ ਬ੍ਰਿਜ, ਜੇ ਬੰਦੇ ਨੂੰ ਚਿੰਤਾ ਨਹੀਂ ਹੁੰਦੀ, ਕਹਿੰਦੇ ਬਾਪੂ ਬੈਠਾ ਚਾਹੇ ਉਮਰ ਵਧੇਰੇ ਹੋਵੇ, ਉਹ ਜ਼ਿੰਮੇਵਾਰੀਆਂ ਹੁਣ ਜਾਣ ਤੋਂ ਬਾਅਦ ਮਹਿਸੂਸ ਹੋਣੀਆਂ। ਸੋ ਸਤਿਗੁਰੂ ਜੀ ਕਿਰਪਾ ਕਰਨ। ਬਹੁਤ ਸਾਰੇ ਸਾਡੇ ਰਾਜਸੀ ਨੇਤਾ ਵੀ ਬੈਠੇ ਆ, ਕੈਪਟਨ ਸਾਹਿਬ ਬੈਠੇ ਆ, ਹੋਰ ਸਾਰੇ ਸ਼ਹਿਰ ਦੇ ਗੁਰੂ ਕੇ ਪਿਆਰੇ ਸਾਰੇ ਬੈਠੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਾਗਦੀ ਜੋਤ ਦੁਰਗੇ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਵਿਸਤਾਰੇ। ਐਸੇ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀ ਸੱਚੇ ਪਾਤਸ਼ਾਹ ਖੁੱਲੇ ਪੰਡਾਲ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਹਾਲ ਕੀਤਾ। ਸੱਚੇ ਪਾਤਸ਼ਾਹ ਸਰਬਦਾ ਹਰਬੰਸ ਸਿੰਘ ਜੀ ਘੁੰਮਣ, ਐਕਸ-ਐਮ-ਐਲ-ਏ ਸਾਹਿਬ, ਪੰਥ ਦੇ ਸੱਚੇ ਪਾਤਸ਼ਾਹ ਦਰਜੀਤ ਪੰਥ ਦੇ ਦਰਵੇਸ਼ ਸਿਆਸਤਦਾਨ, ਧਾਰਮਿਕ ਸ਼ਖਸੀਅਤ ਸੱਚੇ ਪਾਤਸ਼ਾਹ ਉਹਨਾਂ ਨੂੰ ਆਪ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਭੋਗ ਇਸ ਦੁਨੀਆ ਤੋਂ ਪਰਲੋਕ ਗਮਨ ਕਰ ਗਏ ਹਨ। ਸਤਿਗੁਰੂ ਜੀ ਅੱਜ ਉਹਨਾਂ ਦੇ ਦੁਸਹਿਰੇ ਦੇ ਭੋਗ ਤੇ ਸੱਚੇ ਪਾਤਸ਼ਾਹ ਆਪ ਦੇ ਸੰਗਤਾਂ ਸਾਰੀਆਂ ਰਲ ਮਿਲ ਕੇ ਅਰਦਾਸ ਬੇਨਤੀ ਕਰ ਰਹੀਆਂ ਹਨ। ਸਤਿਗੁਰੂ ਜੀ ਵਿਛੜੀ ਰੂਹ ਨੂੰ ਸਦਾ ਵਾਸਤੇ ਆਪਣੇ ਨਿਵਾਸ ਚਰਨਾਂ 'ਚ ਨਿਵਾਸ ਬਖਸ਼ਣਾ। ਵਿਛੇ ਪਰਿਵਾਰ ਨੂੰ, ਸਨੇਹੀਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਸੱਚੇ ਪਾਤਸ਼ਾਹ ਭਾਣਾ ਮਨ ਦਾ ਬਲ ਬਖਸ਼ਣਾ। ਅਜਿਹੀ ਮਹਾਨ ਸ਼ਖਸੀਅਤ ਜਿਹਨੇ ਪੰਥ ਦੀ ਸਾਰੀ ਜ਼ਿੰਦਗੀ ਲਾ ਦਿੱਤੀ, ਉਹਨਾਂ ਦੇ ਬੱਚਿਆਂ ਤੇ ਵੀ ਐਸਾ ਹੋਰ ਪ੍ਰਭਾਵ ਪਾਓ, ਹੋਰ ਮੇਰਾ ਕਰੋ। ਗੁਰੂ ਗਿਣਵਾਦ ਸਭ ਸੰਗਤਾਂ ਦੀਆਂ ਦਰ ਤੇ ਹਾਰੀਆਂ ਪ੍ਰਵਾਨ ਕਰਨੀਆਂ, ਦਿਲ ਫੁੱਲ ਭੇਟਾ ਪ੍ਰਵਾਨ ਕਰਨਾ। ਦਾਤਾ ਜੀ ਆਪਣਾ ਪੁੱਤਰ ਹੁਕਮਨਾਮਾ ਬਸ ਕੇ ਨਿਹਾਲ ਕਰੋ। ਸੁਖ ਹੋਵੇ ਨਾਮ ਚਿਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਜਿਹੜੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ
चरण सगल पहला थे, दुख बिन से सुख पाया। दयाल हुआ पार ब्रह्म स्वामी, पूरा सतगुर धियाया। प्रभ की शरण सगल पहला थे, दुख बिन से सुख पाया। दयाल हुआ पार ब्रह्म स्वामी, पूरा सतगुर धियाया। प्रभ जीव तू मेरो साहिब दाता, कर कृपा प्रभ दीन दयाला। गुण गावो रंग राता, रहाओ सतगुर नाम निधान दृढ़ाया। चिंता सगल विनाशी, कर कृपा अपनो कर लेना। मन मसया अविनाशी, ताको बिघन न को लागे। जो सतगुर अपने राखे, चरण कमल बसे अंतर। अमृत हर रस चाखे, कर सेवा सेवक प्रभ अपने। जिन मन की इच्छ पुजाई, नानक दास ताकै बलहारै। जिन पूरन पैज रखाई, कर सेवा सेवक प्रभ अपने। जिन मन की इच्छ पुजाई, नानक दास ताकै बलहारै। जिन पूरन पैज रखाई।